ਹੈਲੋ ਦੋਸਤੋ, ਲਰਨ ਡੇਲੀ ਤੇ ਤੁਹਾਡਾ ਸਵਾਗਤ ਹੈ। ਤਾਂ ਅਗਰ ਤੁਸੀਂ ਪੰਜਾਬ ਦੇ ਕਿਸੇ ਵੀ ਪੇਪਰ ਯਾਨੀ ਕਿ ਪੰਜਾਬ ਪੁਲਿਸ P++B ਵੀਡੀਓ ਕਲਰਕ SI ਜਾਂ ਫਿਰ SSC ਜਾਂ ਹੋਰ ਵੀ ਸੈਂਟਰ ਲੈਵਲ ਦੇ ਕਿਸੇ ਵੀ ਪੇਪਰ ਦੀ ਤਿਆਰੀ ਕਰਨਾ ਚਾਹੁੰਦੇ ਹੋ ਤਾਂ ਲਰਨ ਡੇਲੀ ਦੇ ਨਾਲ ਜੁੜ ਸਕਦੇ ਹੋ। ਤਾਂ ਅਗਰ ਤੁਸੀਂ ਚੈਨਲ ਤੇ ਪਹਿਲੀ ਵਾਰ ਵਿਜ਼ਿਟ ਕਰ ਰਹੇ ਹੋ ਤਾਂ ਚੈਨਲ ਨੂੰ ਕਰ ਲੈਣਾ ਸਬਸਕ੍ਰਾਈਬ ਔਰ ਵੀਡੀਓ ਨੂੰ ਕਰ ਦੇਣਾ ਲਾਈਕ ਔਰ ਸ਼ੇਅਰ ਔਰ ਸਾਥ ਦਿੱਤੇ ਹੋਏ ਬੈਲ ਆਈਕਨ ਬਟਨ ਨੂੰ ਦਬਾਉਣਾ ਨਾ ਭੁੱਲਿਓ ਤਾਂ ਕਿ ਹੋਰ ਆਉਂਦੀ ਹੋਈ ਵੀਡੀਓਜ਼ ਦੀ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚ ਸਕੇ। ਤਾਂ ਕਰਦੇ ਹਾਂ ਅੱਜ ਦੀ ਕਲਾਸ ਦੀ ਸ਼ੁਰੂਆਤ। ਤਾਂ ਫਸਟ ਕੁਐਸਚਨ ਹੈ ਆਪਣੇ ਕੋਲ ਅੱਜ ਦਾ, ਲਾਲਾ ਲਾਜਪਤ ਰਾਏ ਡਿਡ ਨਾਟ ਰਾਈਟ ਇਨ ਵਿਚ ਲੈਂਗੁਏਜ। ਤਾਂ ਲਾਲਾ ਲਾਜਪਤ ਰਾਏ ਨੇ ਕਿਸ ਭਾਸ਼ਾ ਵਿੱਚ ਨਹੀਂ ਲਿਖਿਆ ਸੀ। ਜਿਹੜੇ ਕਿ ਲਾਲਾ ਲਾਜਪਤ ਰਾਏ ਜੀ ਦੁਆਰਾ ਕੁਛ ਵੀ ਲਿਖਿਆ ਜਾਂਦਾ ਸੀਗਾ ਤਾਂ ਉਹਨਾਂ ਨੇ ਆਪਦੀਆਂ ਲਿਖਤਾਂ ਦੇ ਵਿੱਚ ਕਿਹੜੀ ਭਾਸ਼ਾ ਨੂੰ ਯੂਜ਼ ਕੀਤਾ ਸੀ ਅਤੇ ਕਿਹੜੀ ਭਾਸ਼ਾ ਨੂੰ ਯੂਜ਼ ਨਹੀਂ ਕੀਤਾ ਸੀ। ਤਾਂ ਇਸ ਚਾਰ ਆਪਸ਼ਨਸ ਦੇ ਵਿੱਚੋਂ ਤਿੰਨ ਭਾਸ਼ਾ ਉਹ ਨੇ ਜਿਨ੍ਹਾਂ ਰਾਹੀਂ ਉਹ ਲਿਖਦੇ ਸੀ, ਉਹਨਾਂ ਨੂੰ ਯੂਜ਼ ਕਰਦੇ ਸੀ। ਤਾਂ ਇਹ ਪੁੱਛਿਆ ਗਿਆ ਕਿ ਇਹਨਾਂ ਵਿੱਚੋਂ ਇੱਕ ਭਾਸ਼ਾ ਉਹ ਕਿਹੜੀ ਨਹੀਂ ਹੈ ਜਿਹੜੀ ਉਹਨਾਂ ਨੇ ਯੂਜ਼ ਨਹੀਂ ਕੀਤੀ ਸੀ ਕਦੇ ਵੀ। ਤਾਂ ਇੱਥੇ ਜੋ ਆਪਣਾ ਰਾਈਟ ਆਨਸਰ ਬਣ ਜਾਂਦਾ ਹੈ ਉਹ ਆਪਣੇ ਕੋਲ ਆ ਜਾਂਦਾ ਹੈ ਇੰਗਲਿਸ਼, ਜਿਹੜੀ ਕਿ ਲਾਲਾ ਲਾਜਪਤ ਰਾਏ ਜੀ ਨੇ ਕਦੇ ਨਹੀਂ ਵਰਤੀ ਸੀ ਆਪਦੀਆਂ ਲਿਖਤਾਂ ਦੇ ਵਿੱਚ। ਹਿੰਦੀ, ਪੰਜਾਬੀ ਐਂਡ ਉਰਦੂ ਜਿਹੜੀ ਸੀ ਇਹਨਾਂ ਦੇ ਵਿੱਚ ਲਾਲਾ ਲਾਜਪਤ ਰਾਏ ਜੀ ਆਪਣੀਆਂ ਲਿਖਤਾਂ ਲਿਖਦੇ ਸਨ। ਨੈਕਸਟ ਕੁਐਸਚਨ ਹੈ ਆਪਣੇ ਕੋਲ, ਹੂ ਇਜ਼ ਦੀ ਓਨਲੀ ਪਾਕਿਸਤਾਨੀ ਟੂ ਰਿਸੀਵ ਭਾਰਤ ਰਤਨ ਅਵਾਰਡ। ਤਾਂ ਭਾਰਤ ਰਤਨ ਪੁਰਸਕਾਰ ਜਿਹੜਾ ਸੀ ਪ੍ਰਾਪਤ ਕਰਨ ਵਾਲਾ ਇਕਲੌਤਾ ਪਾਕਿਸਤਾਨੀ ਕੌਣ ਸੀ ਜਿਹਨੂੰ ਭਾਰਤ ਦੁਆਰਾ ਸੀਗਾ ਇੱਕ ਭਾਰਤ ਰਤਨ ਦਿੱਤਾ ਗਿਆ ਸੀ, ਅਵਾਰਡ ਦਿੱਤਾ ਗਿਆ ਸੀ। ਉਹ ਇਕਲੌਤਾ ਜਿਹੜਾ ਸੀਗਾ ਪਾਕਿਸਤਾਨੀ ਕੌਣ ਸੀਗਾ। ਤਾਂ ਇਸ ਦਾ ਜੋ ਆਪਣੇ ਕੋਲ ਰਾਈਟ ਆਨਸਰ ਬਣ ਜਾਂਦਾ ਹੈ ਉਹ ਆਪਣੇ ਕੋਲ ਆ ਜਾਂਦਾ ਅਬਦੁਲ ਗਫਾਰ ਖਾਨ। ਅਬਦੁਲ ਗਫਾਰ ਖਾਨ, ਤਾਂ ਇਹ ਆਪਣਾ ਰਾਈਟ ਆਨਸਰ ਆ ਜਾਂਦਾ ਜਿਸ ਨੂੰ ਭਾਰਤ ਦੁਆਰਾ ਭਾਰਤ ਰਤਨ ਅਵਾਰਡ ਦਿੱਤਾ ਗਿਆ ਸੀ। ਤਾਂ ਨੈਕਸਟ ਕੁਐਸਚਨ ਹੈ ਆਪਣੇ ਕੋਲ, ਦੀ ਚਿਪਕੋ ਮੂਵਮੈਂਟ ਇਜ਼ ਰਿਲੇਟਡ ਟੂ ਦੀ ਫੋਲੋਇੰਗ। ਮਤਲਬ ਕਿ ਚਿਪਕੋ ਅੰਦੋਲਨ ਜਿਹੜਾ ਸੀਗਾ ਉਹ ਹੇਠ ਲਿਖੇ ਨਾਲ ਸੰਬੰਧਿਤ ਹੈ। ਪਲੈਨ ਟਾਈਗਰ, ਕੈਟਲ ਬਰੀਡਿੰਗ, ਪਲਾਂਟ ਬਰੀਡਿੰਗ ਜਾਂ ਫਿਰ ਇਨਵਾਇਰਮੈਂਟਲ ਪ੍ਰੋਟੈਕਸ਼ਨ। ਤਾਂ ਇਹਨਾਂ ਦੇ ਵਿੱਚੋਂ ਕਿਸ ਨਾਲ ਸੰਬੰਧਿਤ ਹੈ ਚਿਪਕੋ ਅੰਦੋਲਨ। ਤਾਂ ਚਿਪਕੋ ਅੰਦੋਲਨ ਜੋ ਹੈ ਆਪਣੇ ਕੋਲ ਰਾਈਟ ਆਨਸਰ ਬਣ ਜਾਏਗਾ ਆਪਣਾ, ਇਸ ਦਾ ਆਪਣੇ ਕੋਲ ਰਾਈਟ ਆਨਸਰ ਬਣਦਾ ਹੈ ਜੀ ਇਨਵਾਇਰਮੈਂਟਲ ਪ੍ਰੋਟੈਕਸ਼ਨ। ਕਿਉਂਕਿ ਚਿਪਕੋ ਅੰਦੋਲਨ ਕਿਉਂ ਸੀ, ਜਦੋਂ ਇਹ ਚਿਪਕੋ ਅੰਦੋਲਨ ਚਲਾਇਆ ਗਿਆ ਸੀ ਤਾਂ ਕੀ ਹੁੰਦਾ ਸੀ, ਮੰਨ ਲਓ ਕਿ ਟਰੀਜ਼ ਹੁੰਦੇ ਸੀਗੇ, ਠੀਕ ਹੈ, ਤਾਂ ਉਹਨਾਂ ਨੂੰ ਜਿਹੜੇ ਵੀ ਸੀਗੇ ਜੰਗਲਾਂ ਨੂੰ ਕੱਟਣ ਵਾਲੇ ਤਾਂ ਉਹ ਕਿਸੇ ਕੱਟਦੇ ਸੀ। ਤਾਂ ਜਿਹੜੇ ਉੱਥੋਂ ਦੇ ਲੋਕ ਹੁੰਦੇ ਸੀਗੇ, ਠੀਕ ਹੈ, ਜਿਨ੍ਹਾਂ ਦੁਆਰਾ ਚਿਪਕੋ ਅੰਦੋਲਨ ਚਲਾਇਆ ਗਿਆ ਸੀਗਾ, ਠੀਕ ਹੈ, ਤਾਂ ਉਹ ਕੀ ਕਰਦੇ ਸੀਗੇ, ਉਹ ਇਹਨਾਂ ਟਰੀਜ਼ ਦੇ ਨਾਲ ਚਿਪਕ ਜਾਂਦੇ ਸੀਗੇ, ਮਤਲਬ ਕਿ ਇਹਨਾਂ ਨੂੰ ਫੜ ਕੇ ਖੜ ਜਾਂਦੇ ਸੀ ਵੀ ਨਹੀਂ ਕੱਟਣ ਦੇਵਾਂਗੇ। ਤਾਂ ਉੱਥੋਂ ਹੀ ਕੀ ਸੀਗਾ, ਇਸਦਾ ਨਾਮ ਵੀ ਪਿਆ ਸੀਗਾ ਅੰਦੋਲਨ ਦਾ ਚਿਪਕੋ ਅੰਦੋਲਨ। ਤਾਂ ਨੈਕਸਟ ਕੁਐਸਚਨ ਹੈ ਆਪਣੇ ਕੋਲ, ਦੇਅਰ ਇਜ਼ ਅ ਸਿਸਟਮ ਆਫ ਰਿਜ਼ਰਵੇਸ਼ਨ ਫੋਰ ਵੂਮਨ ਹੇਅਰ ਇਨ ਇੰਡੀਆ। ਤਾਂ ਇੱਥੇ ਭਾਰਤ ਵਿੱਚ ਔਰਤਾਂ ਲਈ ਰਾਖਵੇਂਕਰਨ ਦੀ ਵਿਵਸਥਾ ਹੈ। ਇਨ ਦੀ ਲੋਕ ਸਭਾ, ਇਨ ਦੀ ਅਸੈਂਬਲੀ, ਇਨ ਦੀ ਕੈਬਨਿਟ ਜਾਂ ਫਿਰ ਇਨ ਦੀ ਪੰਚਾਇਤ ਰਾਜ ਇੰਸਟਰਕਸ਼ਨਸ, ਇਨ ਪੰਚਾਇਤੀ ਰਾਜ ਇੰਸਟਰਕਸ਼ਨਸ। ਤਾਂ ਇਹਨਾਂ ਵਿੱਚੋਂ ਕਿਸ ਵਿੱਚ ਜੋ ਹੈ ਕਿ ਔਰਤਾਂ ਲਈ ਰਾਖਵੀਆਂ ਸੀਟਾਂ ਹੁੰਦੀਆਂ ਹਨ। ਤਾਂ ਇਸ ਦਾ ਜੋ ਆਪਣੇ ਕੋਲ ਰਾਈਟ ਆਨਸਰ ਬਣ ਜਾਂਦਾ ਹੈ ਉਹ ਆਪਣੇ ਕੋਲ ਆ ਜਾਏਗਾ ਇਨ ਪੰਚਾਇਤੀ ਰਾਜ ਇੰਸਟਰਕਸ਼ਨਸ। ਇਨ ਪੰਚਾਇਤੀ ਰਾਜ ਇੰਸਟਰਕਸ਼ਨ ਦੇ ਵਿੱਚ ਜਿਹੜੀਆਂ ਹੁੰਦੀਆਂ ਔਰਤਾਂ ਦੀਆਂ ਸੀਟਾਂ ਜਿਹੜੀਆਂ ਹੁੰਦੀਆਂ ਨੇ ਉਹ ਰਾਖਵੀਆਂ ਹੁੰਦੀਆਂ ਹਨ। ਤਾਂ ਨੈਕਸਟ ਆਪਣੇ ਕੋਲ ਹੈ, ਵੇਅਰ ਇਜ਼ ਦੀ ਓਰੀਜਨ ਆਫ ਗੰਗਾ। ਤਾਂ ਗੰਗਾ ਦਾ ਮੂਲ ਕਿੱਥੇ ਹੈ, ਮਤਲਬ ਕਿ ਜਿਹੜੀ ਗੰਗਾ ਹੈ ਉਹ ਕਿੱਥੋਂ ਸ਼ੁਰੂ ਹੁੰਦੀ ਹੈ, ਕਿੱਥੋਂ ਵਹਿਣੀ ਸ਼ੁਰੂ ਹੁੰਦੀ ਹੈ। ਗੌਮੁਖ ਦੇ ਵਿੱਚੋਂ, ਯਮੁਨੋਤਰੀ ਦੇ ਵਿੱਚੋਂ, ਅਮਰਨਾਥ ਦੇ ਵਿੱਚੋਂ ਜਾਂ ਫਿਰ ਸਿਆਚਿਨ ਦੇ ਵਿੱਚੋਂ। ਤਾਂ ਇਸ ਦਾ ਜੋ ਆਪਣੇ ਕੋਲ ਰਾਈਟ ਆਨਸਰ ਬਣ ਜਾਂਦਾ ਹੈ ਉਹ ਬਣ ਜਾਂਦਾ ਆਪਣੇ ਕੋਲ ਗੌਮੁਖ। ਗੌਮੁਖ, ਗੌਮੁਖ ਇਸ ਦੀ ਰਾਈਟ ਆਨਸਰ, ਜਿੱਥੋਂ ਕਿ ਗੰਗਾ ਜਿਹੜੀ ਆਪਣੀ ਨਿਕਲਦੀ ਹੈ ਵਹਿਣੀ ਸ਼ੁਰੂ ਹੁੰਦੀ ਹੈ। ਤਾਂ ਨੈਕਸਟ ਕੁਐਸਚਨ 'ਤੇ ਚੱਲਦੇ ਹਾਂ। ਨੈਕਸਟ ਹੈ, ਬਾਂਦੀਪੁਰ ਨੈਸ਼ਨਲ ਪਾਰਕ ਇਸ ਇਨ ਵਿਚ ਸਟੇਟ। ਤਾਂ ਬਾਂਦੀਪੁਰ ਨੈਸ਼ਨਲ ਪਾਰਕ ਹੈ ਜਿਹੜੀ ਆਪਣੀ, ਉਹ ਜਿਹੜੀ ਹੈਗੀ ਹੈ ਭਾਰਤ ਦੇ ਕਿਹੜੇ ਰਾਜ ਵਿੱਚ ਸਥਿਤ ਹੈ। ਮੱਧ ਪ੍ਰਦੇਸ਼ ਵਿੱਚ, ਰਾਜਸਥਾਨ ਵਿੱਚ, ਕਰਨਾਟਕਾ ਦੇ ਵਿੱਚ ਜਾਂ ਫਿਰ ਛੱਤੀਸਗੜ੍ਹ ਦੇ ਵਿੱਚ। ਤਾਂ ਇਸ ਦਾ ਜੋ ਆਪਣੇ ਕੋਲ ਰਾਈਟ ਆਨਸਰ ਬਣ ਜਾਂਦਾ ਹੈ ਉਹ ਆਪਣੇ ਕੋਲ ਬਣ ਜਾਂਦਾ ਹੈ ਜੀ ਕਰਨਾਟਕਾ। ਤਾਂ ਜਿਹੜੀ ਆਪਣੇ ਕੋਲ ਬਾਂਦੀਪੁਰ ਨੈਸ਼ਨਲ ਪਾਰਕ ਹੈ ਉਹ ਕਿੱਥੇ ਹੈ, ਕਰਨਾਟਕਾ ਦੇ ਵਿੱਚ ਸਥਿਤ ਹੈ। ਨੈਕਸਟ ਕੁਐਸਚਨ 'ਤੇ ਚੱਲਦੇ ਹਾਂ। ਤਾਂ ਨੈਕਸਟ ਹੈ ਆਪਣੇ ਕੋਲ, ਦੀ ਗੋਡ ਆਫ ਕੋਨਾਰਕ ਟੈਂਪਲ। ਮਤਲਬ ਕਿ ਕੋਨਾਰਕ ਮੰਦਰ ਦਾ
ਦੇਵਤਾ ਹੈ। ਤਾਂ ਜਿਹੜਾ ਕੋਨਾਰਕ ਮੰਦਿਰ ਹੈ ਉਹ ਕਿਸ ਨੂੰ ਸਮਰਪਿਤ ਹੈ? ਕਹਿਣ ਦਾ ਮਤਲਬ ਇਹ ਹੈ ਕਿ ਜਿਹੜਾ ਕੋਨਾਰਕ ਮੰਦਿਰ ਹੈ ਉਹ ਕਿਸ ਦੇਵਤਾ ਨੂੰ ਸਮਰਪਿਤ ਹੈ, ਕਿਸ ਦੀ ਉੱਥੇ ਪੂਜਾ ਕੀਤੀ ਜਾਂਦੀ ਹੈ? ਸਨ ਦੀ, ਸ਼ਿਵ ਦੀ, ਕ੍ਰਿਸ਼ਨਾ ਦੀ ਜਾਂ ਫਿਰ ਬ੍ਰਹਮਾ ਦੀ। ਤਾਂ ਇੱਥੇ ਜੋ ਆਪਣਾ ਰਾਈਟ ਆਨਸਰ ਬਣ ਜਾਂਦਾ ਹੈ ਜੀ, ਉਹ ਆਪਣੇ ਕੋਲ ਬਣ ਜਾਂਦਾ ਹੈ ਸਨ। ਤਾਂ ਜਿਹੜੀ ਹੁੰਦੀ ਹੈ ਕੋਨਾਰਕ ਮੰਦਿਰ ਦੇ ਵਿੱਚ ਕਿਹਦੀ ਪੂਜਾ ਹੁੰਦੀ ਹੈ? ਉੱਥੇ ਸਨ ਦੀ ਪੂਜਾ ਹੁੰਦੀ ਹੈ, ਉਹਨੂੰ ਸਨ ਦੇਵਤਾ ਦੇ ਨਾਮ ਨਾਲ ਜਾਣਿਆ ਜਾਂਦਾ ਹੈ, ਸਨ ਟੈਂਪਲ। ਤਾਂ ਨੈਕਸਟ ਕੁਐਸਚਨ ਹੈ ਆਪਣੇ ਕੋਲ, who was the founder editor of the famous newspaper केसरी दूरी the national struggle? कि राष्ट्रीय संघर्ष दौरान प्रसिद्ध अखबार केसरी दा बाणी संपादक कौन सी? महात्मा गांधी जी, जवाहर लाल नेहरू जी, लोकमान्य तिलक जी या फिर मुहम्मद इकबाल जी। ਤਾਂ ਇਸ ਦਾ ਜੋ ਆਪਣੇ ਕੋਲ ਰਾਈਟ ਆਨਸਰ ਬਣ ਜਾਂਦਾ ਹੈ ਉਹ ਆਪਣੇ ਕੋਲ ਬਣ ਜਾਂਦਾ ਜੀ ਲੋਕਮਾਨਿਆ ਤਿਲਕ ਜੀ। ਲੋਕਮਾਨਿਆ ਤਿਲਕ ਜੀ ਦੁਆਰਾ ਜਿਹੜੇ ਸੀਗੇ ਇਹ ਇਸ ਅਖਬਾਰ ਦੇ ਸੰਪਾਦਕ ਸਨ। ਇਹ ਕੀ ਸਨ? ਇਸ ਅਖਬਾਰ ਦੇ ਸੰਪਾਦਕ ਸਨ। ਤਾਂ ਲੋਕਮਾਨਿਆ ਤਿਲਕ ਨੂੰ ਆਪਾਂ ਕਿਸ ਨਾਮ ਨਾਲ ਜਾਣਦੇ ਹਾਂ? ਲੋਕਮਾਨਿਆ ਤਿਲਕ ਨੂੰ ਆਪਾਂ ਬਾਲ ਗੰਗਾਧਰ ਤਿਲਕ ਦੇ ਨਾਮ ਨਾਲ ਜਾਣਦੇ ਹਾਂ। ਬਾਲ ਗੰਗਾਧਰ ਤਿਲਕ ਦੇ ਨਾਮ ਨਾਲ ਜਾਣਦੇ ਹਾਂ। ਬਾਲ ਗੰਗਾਧਰ ਤਿਲਕ ਦੇ ਨਾਮ ਨਾਲ ਜਾਣਦੇ ਹਾਂ। ਤਾਂ ਨੈਕਸਟ ਕੁਐਸਚਨ ਹੈ ਜੋ ਆਪਣੇ ਕੋਲ ਉਹ ਹੈ ਆਪਣੇ ਕੋਲ, ਹੂ ਇਜ਼ ਦੀ ਨੈਸ਼ਨਲ ਐਨੀਮਲ ਆਫ ਇੰਡੀਆ? ਤਾਂ ਮਤਲਬ ਕਿ ਭਾਰਤ ਦਾ ਰਾਸ਼ਟਰੀ ਜਾਨਵਰ ਕੌਣ ਹੈ? ਲਾਇਨ ਹੈ, ਐਲੀਫੈਂਟ ਹੈ, ਰਾਇਲ ਟਾਈਗਰ ਹੈ ਜਾਂ ਫਿਰ ਨੀਲੀਏ ਹੈ? ਤਾਂ ਇਸ ਦਾ ਜੋ ਆਪਣੇ ਕੋਲ ਰਾਈਟ ਆਨਸਰ ਬਣ ਜਾਂਦਾ ਹੈ ਉਹ ਆਪਣੇ ਕੋਲ ਬਣ ਜਾਂਦਾ ਹੈ ਜੀ ਰਾਇਲ ਟਾਈਗਰ ਇਜ਼ ਦੀ ਰਾਈਟ ਆਨਸਰ। ਜਿਹੜਾ ਰਾਇਲ ਟਾਈਗਰ ਹੈ ਉਹ ਭਾਰਤ ਦਾ ਰਾਸ਼ਟਰੀ ਜਾਨਵਰ ਹੈ। ਨੈਕਸਟ ਕੁਐਸਚਨ ਦੀ ਔਰ ਚੱਲਦੇ ਹਾਂ। ਦਿਸ ਰਿਸਪੋਂਸੀਬਿਲਿਟੀ ਆਫ ਦੀ ਨੈਸ਼ਨਲ ਹਾਈਵੇ ਸਿਸਟਮ ਇਜ਼? ਤਾਂ ਰਾਸ਼ਟਰੀ ਜਿਹੜਾ ਹੁੰਦਾ ਰਾਜਮਾਰਗ ਪ੍ਰਣਾਲੀ ਦੀ ਜ਼ਿੰਮੇਵਾਰੀ ਹੈ। ਰਾਸ਼ਟਰੀ ਰਾਜਮਾਰਗ ਪ੍ਰਣਾਲੀ ਦੀ ਜ਼ਿੰਮੇਵਾਰੀ ਹੈ। ਅਤੇ ਜਿਹੜੀ ਰਾਸ਼ਟਰੀ ਰਾਜਮਾਰਗ ਹੁੰਦੀ ਹੈ ਉਸ ਦੀ ਜਿਹੜੀ ਜ਼ਿੰਮੇਵਾਰੀ ਹੁੰਦੀ ਹੈ ਉਹ ਕਿਸ ਪ੍ਰਣਾਲੀ ਕੋਲ ਹੁੰਦੀ ਹੈ? ਔਨ ਸਟੇਟ ਗਵਰਨਮੈਂਟ, ਔਨ ਸੈਂਟਰਲ ਗਵਰਨਮੈਂਟ, ਬੋਥ ਆਫ ਏਅਰ ਬੀ ਜਾਂ ਫਿਰ ਨਨ ਆਫ ਦੀਸ? ਤਾਂ ਇਸ ਦਾ ਜੋ ਆਪਣੇ ਕੋਲ ਰਾਈਟ ਆਨਸਰ ਬਣ ਜਾਂਦਾ ਜੀ ਉਹ ਬਣ ਜਾਂਦਾ ਹੈ ਔਨ ਸੈਂਟਰਲ ਗਵਰਨਮੈਂਟ। ਕੀ ਬਣ ਜਾਂਦਾ ਹੈ? ਔਨ ਸੈਂਟਰਲ ਗਵਰਨਮੈਂਟ ਇਜ਼ ਦੀ ਰਾਈਟ ਆਨਸਰ। ਜਿਹੜੀ ਰਾਜਮਾਰਗ ਪ੍ਰਣਾਲੀ ਦੀ ਜ਼ਿੰਮੇਵਾਰੀ ਹੁੰਦੀ ਹੈ ਉਹ ਕਿਹਦੇ ਕੋਲ ਹੁੰਦੀ ਹੈ? ਔਨ ਸੈਂਟਰਲ ਗਵਰਨਮੈਂਟ ਦੇ ਕੋਲੇ ਹੁੰਦੀ ਹੈ। ਤਾਂ ਨੈਕਸਟ ਕੁਐਸਚਨ ਹੈ ਆਪਣੇ ਕੋਲ, ਵੈਨ ਡਿਡ ਦੀ ਨੋਬਲ ਪ੍ਰਾਈਜ਼ ਬਿਗਿਨ? ਤਾਂ ਨੋਬਲ ਪੁਰਸਕਾਰ ਜਿਹੜਾ ਸੀ ਕਦੋਂ ਸ਼ੁਰੂ ਹੋਇਆ ਸੀ? ਨੋਬਲ ਪੁਰਸਕਾਰ ਜਿਹੜਾ ਸੀਗਾ ਇਹ ਕਦੋਂ ਸ਼ੁਰੂ ਹੋਇਆ ਸੀ? ਤਾਂ ਇਸ ਦਾ ਆਪਣੇ ਕੋਲ ਰਾਈਟ ਆਨਸਰ ਬਣ ਜਾਂਦਾ ਹੈ 1901। ਤਾਂ 1901 ਦੇ ਵਿੱਚ ਜਿਹੜਾ ਸੀ ਇਹ ਨੋਬਲ ਪੁਰਸਕਾਰ ਸ਼ੁਰੂ ਹੋਇਆ ਸੀ। ਨੈਕਸਟ ਹੈ ਆਪਣੇ ਕੋਲ, ਵਿਚ ਇੰਸਟੀਟਿਊਸ਼ਨ ਕੈਨ ਬੀ ਇੰਸਪੈਕਟਡ ਬਾਏ ਦੀ ਸੁਪਰੀਮ ਕੋਰਟ? ਤਾਂ ਸੁਪਰੀਮ ਕੋਰਟ ਦੁਆਰਾ ਕਿਸ ਸੰਸਥਾ ਦਾ ਨਿਰੀਖਣ ਕੀਤਾ ਜਾ ਸਕਦਾ ਹੈ? ਸੁਪਰੀਮ ਕੋਰਟ ਦੁਆਰਾ ਕਿਸ ਸੰਸਥਾ ਦਾ ਨਿਰੀਖਣ ਕੀਤਾ ਜਾ ਸਕਦਾ ਹੈ? ਯੂਨੀਅਨ ਕੈਬਨਿਟ ਦਾ, ਇਲੈਕਸ਼ਨ ਕਮਿਸ਼ਨ ਦਾ ਜਾਂ ਫਿਰ ਸਬੋਰਡੀਨੇਟ ਕੋਰਟ ਦਾ ਜਾਂ ਫਿਰ ਪਾਰਲੀਮੈਂਟ ਦਾ? ਤਾਂ ਜਿਹੜੀ ਸੁਪਰੀਮ ਕੋਰਟ ਹੁੰਦੀ ਹੈ ਉਹਦੇ ਅੰਡਰ ਕਿਹੜੀਆਂ ਕੋਰਟਾਂ ਆਉਂਦੀਆਂ ਨੇ? ਉਹਦੇ ਅੰਡਰ ਸਬੋਰਡੀਨੇਟ ਕੋਰਟਸ ਆਉਂਦੀਆਂ ਨੇ। ਸਬੋਰਡੀਨੇਟ ਕੋਰਟਸ ਤਾਂ ਜਿਹੜੀ ਹੁੰਦੀ ਹੈ ਫਿਰ ਸੁਪਰੀਮ ਕੋਰਟ ਹੁੰਦੀ ਹੈ ਉਹ ਕਿਹੜੀ ਸੰਸਥਾ ਦਾ ਨਿਰੀਖਣ ਕਰ ਸਕਦੀ ਹੈ? ਉਹ ਤਾਂ ਜਿਹੜੀ ਉਹਦੇ ਅੰਡਰ ਆਉਂਦੀ ਉਸ ਦਾ ਹੀ ਕਰ ਸਕਦੀ ਹੈ ਨਾ। ਤਾਂ ਉਹਦੇ ਅੰਦਰ ਤਾਂ ਆਉਂਦੀਆਂ ਸਬੋਰਡੀਨੇਟ ਕੋਰਟਸ, ਤਾਂ ਫਿਰ ਉਹ ਕਿਹਨਾਂ ਦਾ ਨਿਰੀਖਣ ਕਰ ਸਕਦੀ ਹੈ? ਸਿਰਫ ਸਬੋਰਡੀਨੇਟ ਕੋਰਟਸ ਦਾ ਨਿਰੀਖਣ ਕਰ ਸਕਦੀ ਹੈ। ਮਤਲਬ ਕਿ ਆਪਣੇ ਇੰਡੀਆ ਦੇ ਵਿੱਚ ਅਗਰ ਇੱਕ ਸੁਪਰੀਮ ਕੋਰਟ ਹੈ, ਠੀਕ ਹੈ, ਤਾਂ ਉਹ ਪੂਰੇ ਦੇ ਪੂਰੇ ਰਾਜ ਜਾਂ ਪੂਰੀਆਂ ਸਟੇਟਾਂ ਹੋ ਗਈਆਂ ਜਿੰਨੀਆਂ ਵੀ ਆਪਣੇ ਕੋਲ, ਤਾਂ ਉਹਨਾਂ ਸਟੇਟਾਂ ਦੇ ਵਿੱਚ ਕਿੰਨੇ ਆਪਣੇ ਕੋਲੇ ਡਿਸਟ੍ਰਿਕਟਸ ਬਣ ਜਾਂਦੀਆਂ ਨੇ, ਠੀਕ ਹੈ, ਤਾਂ ਉਹ ਸਭ ਦਾ ਅਗਰ ਡਾਟਾ ਰੱਖਣ ਲੱਗੇ ਤਾਂ ਮਤਲਬ ਕਿ ਪੋਸੀਬਲ ਨਹੀਂ ਹੈ। ਤਾਂ ਇਸ ਲਈ ਕੀ ਕੀਤਾ ਜਾਂਦਾ, ਇਸ ਡਿਸਟ੍ਰਿਕਟ ਨੇ ਜਿਹੜੀ ਹੁੰਦੀਆਂ ਨੇ, ਠੀਕ ਹੈ, ਅਲੱਗ-ਅਲੱਗ, ਮੰਨ ਲਓ ਇੱਕ ਆਪਣੇ ਕੋਲ ਕੀ ਆ ਗਈ, ਸੁਪਰੀਮ ਕੋਰਟ ਆ ਗਈ, ਠੀਕ ਹੈ, ਸੁਪਰੀਮ ਕੋਰਟ, ਤਾਂ ਸੁਪਰੀਮ ਕੋਰਟ ਦੇ ਹੇਠਾਂ ਕੀ ਹੋਏਗੀ ਆਪਣੇ ਕੋਲੇ? ਹਾਈ ਕੋਰਟ। ਤਾਂ ਹਾਈ ਕੋਰਟ ਦੇ ਅੰਦਰ ਕੀ ਆਉਂਦੀਆਂ ਨੇ ਆਪਣੇ ਕੋਲੇ? ਡਿਸਟ੍ਰਿਕਟ ਕੋਰਟਸ। ਤਾਂ ਡਿਸਟ੍ਰਿਕਟ ਕੋਰਟ ਦੇ ਅੰਦਰ ਕੀ ਆਪਣੀਆਂ ਆਉਂਦੀਆਂ ਨੇ? ਬਲੋਕ ਜਿਹੜੀਆਂ ਹੁੰਦੀਆਂ ਆਪਣੇ ਬਲੋਕਸ ਦੇ ਵਿੱਚ ਆਪਣੇ ਅਦਾਲਤਾਂ ਬਣੀਆਂ ਹੁੰਦੀਆਂ ਨੇ ਛੋਟੀਆਂ-ਛੋਟੀਆਂ, ਤਾਂ ਉਹ ਆ ਜਾਂਦੇ ਨੇ, ਠੀਕ ਹੈ। ਤਾਂ ਇਹਨਾਂ ਸਾਰੀਆਂ ਨੂੰ ਜਿਹੜੇ ਆਪਣੇ ਕੋਲ ਸੁਪਰੀਮ ਕੋਰਟ ਹੁੰਦਾ ਇਹ ਕਿਹਨਾਂ ਦਾ ਨਿਰੀਖਣ ਕਰਦਾ? ਇਹ ਕਰਦਾ ਜੀ ਆਪਣੇ ਕੋਲ ਸਬੋਰਡੀਨੇਟ ਕੋਰਟਸ ਦਾ। ਜਿਹੜੀਆਂ ਸਬੋਰਡੀਨੇਟ ਕੋਰਟਸ ਮਤਲਬ ਕਿ ਹਾਈ ਕੋਰਟ ਦੀਆਂ ਹੋ ਗਈਆਂ ਜਿਹੜੀਆਂ ਕੋਰਟਸ, ਠੀਕ ਹੈ, ਹਾਈ ਕੋਰਟ ਦੀਆਂ ਹੋ ਗਈਆਂ, ਮਤਲਬ ਕਿ ਪੂਰੇ ਦੇ ਪੂਰੇ ਰਾਜਾਂ ਦਾ ਕੀ ਕਰੂਗਾ ਇਹ? ਨਿਰੀਖਣ ਕਰੂਗਾ। ਅਤੇ ਜਿਹੜੀਆਂ ਇਹ ਹਾਈ ਕੋਰਟਸ ਹੋਣਗੀਆਂ ਇਹ ਕਿਹਨਾਂ ਦਾ ਕਰਨਗੀਆਂ? ਇਹ ਆਪਣੇ ਕੋਲ ਆ ਜਾਂਦੀਆਂ ਨੇ ਜਿਹੜੇ ਜ਼ਿਲ੍ਹਿਆਂ ਦੇ ਵਿੱਚ ਅਲੱਗ-ਅਲੱਗ ਕੋਰਟਸ ਬਣੀਆਂ ਹੁੰਦੀਆਂ ਨੇ ਛੋਟੀਆਂ-ਛੋਟੀਆਂ, ਉਹਨਾਂ ਦਾ ਨਿਰੀਖਣ ਕਰਦੀ ਹੈ। ਮਤਲਬ ਕਿ ਪੂਰੀ ਦੀ ਪੂਰੀ ਸੁਪਰੀਮ ਕੋਰਟ ਹਰ ਜ਼ਿਲ੍ਹੇ ਦੇ ਵਿੱਚ ਤਾਂ ਹਰ ਪਿੰਡ ਦੇ ਵਿੱਚ ਜੋ ਕਿ ਇਕੱਲੀ ਚੀਜ਼ ਦਾ ਨਿਰੀਖਣ ਨਹੀਂ ਕਰ ਸਕਦੀ, ਇਸ ਲਈ ਜਿਹੜੀਆਂ ਹੁੰਦੀਆਂ ਸੁਪਰੀਮ ਕੋਰਟ ਹੁੰਦੀ ਹੈ ਹਾਈ ਕੋਰਟਸ ਦਾ ਨਿਰੀਖਣ ਕਰਦੀ ਹੈ, ਠੀਕ ਹੈ। ਤਾਂ ਉਸ ਤੋਂ ਜਿਹੜੀਆਂ ਹੇਠਲੀਆਂ ਕੋਰਟਸ ਹੁੰਦੀਆਂ ਨੇ ਉਹਨਾਂ ਨੂੰ ਹਾਈ ਕੋਰਟ ਸੰਭਾਲਦੀ ਹੈ।
ਤਾਂ ਨੈਕਸਟ ਕੁਐਸਚਨ ਹੈ ਜੋ ਆਪਣੇ ਕੋਲ ਉਹ ਆਪਣੇ ਕੋਲੇ ਬਣ ਜਾਂਦਾ ਹੈ ਜੀ, ਨਾਨੀ ਪਾਲਕੀਵਾਲਾ ਗੇਨਡ ਅ ਲੋਟ ਆਫ ਫੇਮ। ਤਾਂ ਨਾਨੀ ਪਾਲਕੀਵਾਲਾ ਨੇ ਬਹੁਤ ਪ੍ਰਸਿੱਧੀ ਪ੍ਰਾਪਤ ਕੀਤੀ ਸੀ। ਤਾਂ ਉਹਨੇ ਕਿਸ ਚੀਜ਼ ਦੇ ਵਿੱਚ ਪ੍ਰਸਿੱਧੀ ਪ੍ਰਾਪਤ ਕੀਤੀ ਸੀ? ਕੀ ਸੀ ਉਹ? ਸਿੰਗਰ ਸੀਗਾ, ਰਾਈਟਰ ਸੀ, ਲਾਇਰ ਸੀ, ਜਾਂ ਫਿਰ ਇਕੋਨੋਮਿਸਟ ਸੀ? ਤਾਂ ਇਸ ਦਾ ਜੋ ਆਪਣੇ ਕੋਲੇ ਰਾਈਟ ਆਨਸਰ ਬਣ ਜਾਂਦਾ ਹੈ ਉਹ ਬਣ ਜਾਂਦਾ ਆਪਣੇ ਕੋਲੇ ਐਜ਼ ਆ ਲਾਇਰ, ਐਜ਼ ਆ ਲਾਇਰ। ਤਾਂ ਉਸਨੇ ਜਿਹੜੀ ਪ੍ਰਸਿੱਧੀ ਪ੍ਰਾਪਤ ਕੀਤੀ ਸੀ ਕਿਸ ਦੇ ਮਤਲਬ ਕਿ ਕਿਸ ਫੀਲਡ ਦੇ ਵਿੱਚ ਕੀਤੀ ਸੀ? ਐਜ਼ ਆ ਲਾਇਰ ਦੇ ਵਿੱਚ ਕੀਤੀ ਸੀ, ਮਤਲਬ ਕਿ ਉਹ ਲਾਇਰ ਸੀ। ਤਾਂ ਨੈਕਸਟ ਆਪਣੇ ਕੋਲ ਜੋ ਕੁਐਸਚਨ ਹੈ ਉਹ ਹੈ ਆਪਣੇ ਕੋਲ, ਵਟ ਡਿਡ ਮਹਾਤਮਾ ਗਾਂਧੀ ਡੂ ਔਨ 6 ਅਪ੍ਰੈਲ 1930। ਤਾਂ ਮਹਾਤਮਾ ਗਾਂਧੀ ਨੇ 6 ਅਪ੍ਰੈਲ 1930 ਨੂੰ ਕੀ ਕੀਤਾ ਸੀ? ਸਟਾਰਟ ਆਫ ਨॉन ਕੋਆਪਰੇਸ਼ਨ ਮੂਵਮੈਂਟ, ਜਾਂ ਫਿਰ ਵਰਕ ਆਫ ਹਰੀਜਨ ਰੈਵੀਵਲ, ਜਾਂ ਫਿਰ ਬ੍ਰੇਕ ਦੀ ਸਾਲਟ ਟੈਕਸ, ਜਾਂ ਫਿਰ ਕੁਇਟ ਇੰਡੀਆ ਮੂਵਮੈਂਟ ਬਿਗੇਨਸ। ਤਾਂ ਇਸ ਦਾ ਆਪਣੇ ਕੋਲੇ ਰਾਈਟ ਆਨਸਰ ਬਣ ਜਾਂਦਾ ਹੈ ਜੀ, ਬ੍ਰੇਕ ਦੀ ਸਾਲਟ ਟੈਕਸ ਲਾਅ। ਬ੍ਰੇਕ ਦੀ ਸਾਲਟ ਟੈਕਸ ਲਾਅ, ਜਿਹੜਾ ਵੀ ਸਾਲਟ ਦੇ ਉੱਪਰ ਜਿਹੜਾ ਸੀਗਾ ਟੈਕਸ ਲਗਾਇਆ ਜਾਂਦਾ ਸੀ ਵੱਧ ਤੋਂ ਵੱਧ, ਉਸ ਨੂੰ ਕੀ ਕਰ ਦਿੱਤਾ ਗਿਆ ਸੀ? ਬ੍ਰੇਕ ਕਰਦਾ ਗਿਆ ਸੀ, ਬ੍ਰੇਕ ਕਰ ਦਿੱਤਾ ਗਿਆ ਸੀ। ਔਰ ਜੇ ਆਪਾਂ ਗੱਲ ਕਰੀਏ ਕਿ ਇਸ ਚੀਜ਼ ਦੀ ਨॉन ਕੋਆਪਰੇਸ਼ਨ ਮੂਵਮੈਂਟ ਦੀ, ਤਾਂ ਇਹ ਤਾਂ ਆਪਣੇ ਕੋਲੇ 1920 ਦੇ ਵਿੱਚ ਸ਼ੁਰੂ ਹੋਈ ਸੀ। 1920 ਦੇ ਵਿੱਚ ਸ਼ੁਰੂ ਹੋਈ ਸੀ ਨॉन ਕੋਆਪਰੇਸ਼ਨ ਮੂਵਮੈਂਟ, ਠੀਕ ਹੈ। ਔਰ ਇਸ ਨੂੰ 1922 ਦੇ ਵਿੱਚ ਖਤਮ ਕਰ ਦਿੱਤਾ ਗਿਆ ਸੀ। ਤਾਂ ਇਸ ਦਾ ਇਹ ਤਾਂ ਆਨਸਰ ਦੇ ਵਿੱਚ ਆ ਹੀ ਨਹੀਂ ਸਕਦੀ ਸੀ। ਤਾਂ ਆਪਣਾ ਇੱਥੇ ਰਾਈਟ ਆਨਸਰ ਜੋ ਆਪਣਾ ਬਣ ਕੇ ਰਹਿ ਗਿਆ ਉਹ ਆਪਣਾ ਕੀ ਬਣ ਜਾਂਦਾ ਹੈ ਜੀ, ਬ੍ਰੇਕ ਦੀ ਸਾਲਟ ਟੈਕਸ ਲਾਅ। ਤਾਂ ਨੈਕਸਟ ਕੁਐਸਚਨ 'ਤੇ ਚੱਲਦੇ ਹਾਂ। ਨੈਕਸਟ ਕੁਐਸਚਨ ਹੈ ਆਪਣੇ ਕੋਲ, ਹੂ ਫੋਰਮਡ ਦੀ ਹਿੰਦੁਸਤਾਨ ਸੋਸ਼ਲਿਸਟ ਰਿਪਬਲਿਕ ਆਰਮੀ। ਤਾਂ ਹਿੰਦੁਸਤਾਨ ਸੋਸ਼ਲਿਸਟ ਰਿਪਬਲਿਕ ਆਰਮੀ ਕਿਸ ਨੇ ਬਣਾਈ ਸੀ? ਹਿੰਦੁਸਤਾਨ ਜਿਹੜੀ ਸੀਗੀ ਸੋਸ਼ਲਿਸਟ ਰਿਪਬਲਿਕ ਆਰਮੀ ਕਿਸ ਨੇ ਬਣਾਈ ਸੀ? ਤਾਂ ਇਸ ਦਾ ਆਪਣੇ ਕੋਲ ਜੋ ਰਾਈਟ ਆਨਸਰ ਬਣ ਜਾਂਦਾ ਹੈ ਜੀ ਉਹ ਬਣ ਜਾਂਦਾ ਹੈ ਆਪਣੇ ਕੋਲ ਚੰਦਰ ਸ਼ੇਖਰ ਆਜ਼ਾਦ ਜੀ। ਚੰਦਰ ਸ਼ੇਖਰ ਆਜ਼ਾਦ ਜੀ ਦੁਆਰਾ ਜਿਹੜੀ ਸੀਗੀ ਹਿੰਦੁਸਤਾਨ ਸੋਸ਼ਲਿਸਟ ਰਿਪਬਲਿਕ ਆਰਮੀ ਜਿਹੜੀ ਸੀਗੀ ਉਹ ਬਣਾਈ ਗਈ ਸੀਗੀ, ਤਿਆਰ ਕੀਤੀ ਗਈ ਸੀਗੀ। ਤਾਂ ਨੈਕਸਟ ਕੁਐਸਚਨ ਹੈ, ਹੂ ਵਾਜ਼ ਦੀ ਫਸਟ ਰੈਸੀਪੀਐਂਟ ਆਫ ਭਾਰਤ ਰਤਨ। ਤਾਂ ਭਾਰਤ ਰਤਨ ਦਾ ਪਹਿਲਾ ਪ੍ਰਾਪਤਕਰਤਾ ਕੌਣ ਸੀ? ਮਤਲਬ ਕਿ ਉਹ ਕਿਹੜਾ ਬੰਦਾ ਸੀ ਇਹਨਾਂ ਦੇ ਵਿੱਚੋਂ ਜਿਸ ਨੂੰ ਪਹਿਲੀ ਵਾਰ ਭਾਰਤ ਰਤਨ ਮਿਲਿਆ ਸੀ, ਜਾਂ ਫਿਰ ਸਭ ਤੋਂ ਪਹਿਲੀ ਵਾਰ ਉਸਨੇ ਭਾਰਤ ਰਤਨ ਜਿਹੜਾ ਸੀਗਾ ਪ੍ਰਾਪਤ ਕੀਤਾ ਸੀ? ਜਵਾਹਰ ਲਾਲ ਨਹਿਰੂ ਸੀ, ਗੋਬਿੰਦ ਵੱਲਭ ਪੰਤ ਸੀ, ਜਾਂ ਫਿਰ ਮਹਾਤਮਾ ਗਾਂਧੀ ਸੀ, ਜਾਂ ਫਿਰ CV ਰਮਨ ਸੀ? ਤਾਂ ਇਸ ਦਾ ਜੋ ਆਪਣੇ ਕੋਲ ਰਾਈਟ ਆਨਸਰ ਬਣ ਜਾਂਦਾ ਜੀ ਉਹ ਬਣ ਜਾਂਦਾ ਆਪਣੇ ਕੋਲ CV ਰਮਨ ਜਿਹੜਾ ਸੀਗਾ। CV ਰਮਨ ਜਿਹੜਾ ਸੀਗਾ ਇਹ ਭਾਰਤ ਦੇ ਵਿੱਚ ਪਹਿਲਾ ਭਾਰਤ ਰਤਨ ਪ੍ਰਾਪਤ ਕਰਨ ਵਾਲਾ ਆਦਮੀ ਸੀ। ਤਾਂ ਇਸਨੇ ਕਿਸ ਫੀਲਡ ਦੇ ਵਿੱਚ ਜਿਹੜਾ ਸੀਗਾ ਭਾਰਤ ਰਤਨ ਪ੍ਰਾਪਤ ਕੀਤਾ ਸੀ? ਇਸਨੇ ਕੀਤਾ ਸੀ ਸਾਇੰਸ ਫੀਲਡ ਦੇ ਵਿੱਚ। ਸਾਇੰਸ ਫੀਲਡ ਦੇ ਵਿੱਚ ਇਸਨੇ ਭਾਰਤ ਰਤਨ ਪ੍ਰਾਪਤ ਕੀਤਾ ਸੀ। ਤਾਂ ਨੈਕਸਟ ਹੈ ਆਪਣੇ ਕੋਲ, ਗਿਵਸ ਫਾਈਨਲ ਅਪਰੂਵਲ ਟੂ ਦੀ 5-year ਪਲਾਨ। ਤਾਂ 5 ਸਾਲਾ ਯੋਜਨਾ ਨੂੰ ਅੰਤਮ ਪ੍ਰਵਾਨਗੀ ਦਿੰਦੀ ਹੈ। 5 ਸਾਲਾ ਯੋਜਨਾ ਨੂੰ ਅੰਤਮ ਪ੍ਰਵਾਨਗੀ ਦਿੰਦੀ, ਮਤਲਬ ਕਿ ਜਿਹੜੀ 5 ਸਾਲਾ ਯੋਜਨਾ ਹੈ ਆਪਣੇ ਕੋਲ, ਠੀਕ ਹੈ, 5-year ਪਲਾਨ ਹੈ। ਇਹ ਅਗਰ ਕੋਈ ਵੀ ਪਲਾਨ ਬਣਾਉਂਦਾ ਅਗਲੇ 5 ਸਾਲ ਦੇ ਲਈ, ਠੀਕ ਹੈ, ਕੋਈ ਵੀ ਯੋਜਨਾ ਬਣਾਉਂਦਾ ਹੈ ਤਾਂ ਉਸ ਨੂੰ ਜਿਹੜੀ ਹੁੰਦੀ ਹੈ ਪ੍ਰਵਾਨਗੀ, ਮਤਲਬ ਕਿ ਇਹ ਤਾਂ ਹੈ ਨਹੀਂ ਵੀ ਇਸਨੇ ਕੋਈ ਵੀ ਪਲਾਨ ਬਣਾਤਾ ਅਗਲੇ 5 ਸਾਲਾਂ ਦੇ ਲਈ ਤਾਂ ਉਹ ਨਾਲ ਦੀ ਨਾਲ ਉਸੇ ਤਰੀਕੇ ਨਾਲ ਲਾਗੂ ਹੋ ਜਾਊਗਾ, ਨਹੀਂ। ਕਿਉਂ? ਜਦੋਂ ਇਹ 5 ਸਾਲਾ ਯੋਜਨਾ ਜਿਹੜੀ ਹੈਗੀ ਹੈ, ਇਹ ਜਿਹੜੀ ਕਮਿਸ਼ਨ ਹੈ, ਇਹ ਜਦੋਂ ਵੀ ਕਿਸੇ ਰੂਲ ਨੂੰ ਬਣਾਉਂਦੀ ਹੈ, ਠੀਕ ਹੈ, ਅਗਲੇ 5 ਸਾਲਾਂ ਦੇ ਲਈ ਕੁਛ ਵੀ ਬਣਾਉਂਦੀ ਹੈ, ਅਗਲੀ ਕੋਈ ਵੀ ਯੋਜਨਾ ਬਣਾਉਂਦੀ ਹੈ, ਤਾਂ ਉਸ ਨੂੰ ਪਹਿਲਾਂ ਕੌਣ ਅਪਰੂਵ ਕਰਦਾ ਹੈ? ਉਸ ਨੂੰ ਪਹਿਲਾਂ ਕਰਦਾ ਜੀ ਨੈਸ਼ਨਲ ਡਿਵੈਲਪਮੈਂਟ ਕਾਊਂਸਲ। ਤਾਂ ਉਸ ਨੂੰ ਪਹਿਲਾਂ ਬਣਾਉਣ ਤੋਂ ਬਾਅਦ ਨੈਸ਼ਨਲ ਡਿਵੈਲਪਮੈਂਟ ਕਾਊਂਸਲ ਕੋਲੇ ਭੇਜਿਆ ਜਾਂਦਾ ਹੈ, ਤਾਂ ਉਸ ਨੂੰ ਚੈੱਕ ਕਰਦੀ ਹੈ, ਉਸ ਤੋਂ ਬਾਅਦ ਇਸ ਰੂਲ ਨੂੰ ਲਾਗੂ ਕੀਤਾ ਜਾਂਦਾ ਹੈ, ਜਾਂ ਫਿਰ ਇਸ ਦੀ ਪ੍ਰਵਾਨਗੀ ਜਿਹੜੀ ਹੁੰਦੀ ਹੈ ਇਸ ਦੇ ਦੁਆਰਾ ਕੀਤੀ ਜਾਂਦੀ ਹੈ, ਨੈਸ਼ਨਲ ਡਿਵੈਲਪਮੈਂਟ ਕਾਊਂਸਲ। ਦੈਟ ਇਜ਼ ਦੀ ਰਾਈਟ ਆਨਸਰ। ਤਾਂ ਨੈਕਸਟ ਹੈ ਆਪਣੇ ਕੋਲ, ਇਨ ਵਿਚ ਏਰੀਆ ਡਜ਼ ਦੀ ਪਲੈਨਿੰਗ ਕਮਿਸ਼ਨ ਵਰਕਸ। ਤਾਂ ਯੋਜਨਾ ਕਮਿਸ਼ਨ ਜਿਹੜੀ ਹੈਗੀ ਆਪਣੇ ਕੋਲੇ ਕਿਸ ਖੇਤਰ ਵਿੱਚ ਕੰਮ ਕਰਦਾ ਹੈ? ਜਿਹੜਾ ਯੋਜਨਾ ਕਮਿਸ਼ਨ ਹੁੰਦੀ ਹੈ ਆਪਣੇ ਕੋਲੇ, ਠੀਕ ਹੈ, ਪਲੈਨਿੰਗ ਕਮਿਸ਼ਨ, ਇਹ ਕਿਸ ਖੇਤਰ ਵਿੱਚ ਕੰਮ ਕਰਦੀ ਹੈ? ਉਹੀ ਗੱਲ ਹੈ, ਜਿਹੜੀ ਯੋਜਨਾ ਕਮਿਸ਼ਨ ਹੈ, ਪਲੈਨਿੰਗ ਕਮਿਸ਼ਨ ਹੈ, ਕਿਹਦੇ ਨਾਲ ਰਿਲੇਟਡ ਹੈ? ਇਹ 5-year ਪਲਾਨ ਦੇ ਨਾਲ ਹੀ ਰਿਲੇਟਡ ਹੈ, 5 ਸਾਲਾ ਯੋਜਨਾ ਨਾਲ ਹੀ ਰਿਲੇਟਡ ਹੈ। ਤਾਂ ਜਿਹੜੀ ਪਲੈਨਿੰਗ ਕਮਿਸ਼ਨ ਹੈ, ਠੀਕ ਹੈ, ਤਾਂ ਇਹ ਕਿਸ ਫੀਲਡ ਦੇ ਵਿੱਚ ਕੰਮ ਕਰਦੀ ਹੈ ਆਪਣੇ ਕੋਲੇ? ਕਿਸ ਫੀਲਡ ਦੇ ਵਿੱਚ ਕੰਮ ਕਰਦੀ ਹੈ? ਤਾਂ ਇਸ ਦਾ ਜੋ ਆਪਣੇ ਕੋਲ ਰਾਈਟ ਆਨਸਰ ਬਣ ਜਾਂਦਾ ਹੈ ਉਹ ਬਣ ਜਾਂਦਾ ਹੈ ਜੀ ਇੰਡੀਅਨ ਇਕਨੋਮੀ। ਤਾਂ ਇਹ ਕਿਤੇ ਕੰਮ ਕਰਦੀ ਹੈ? ਇੰਡੀਅਨ ਇਕਨੋਮੀ 'ਤੇ। ਤਾਂ ਜਿਹੜੀ ਸੀਗੀ ਆਪਣੀ 5 ਸਾਲਾ ਯੋਜਨਾ, ਇਸ ਨੂੰ ਕਦੋਂ ਖਤਮ ਕਰ ਦਿੱਤਾ ਗਿਆ ਸੀ? ਇਸ ਨੂੰ 2014 ਦੇ ਵਿੱਚ ਖਤਮ ਕਰ ਦਿੱਤਾ ਗਿਆ ਸੀ। ਕਿਉਂ ਖਤਮ ਕਰ ਦਿੱਤਾ ਗਿਆ ਸੀ? ਕਿਉਂਕਿ 1 ਜਨਵਰੀ
2015 ਦੇ ਵਿੱਚ ਇਸ ਦੀ ਜਗ੍ਹਾ ਕਿਸਨੇ ਲੈ ਲਈ ਸੀ? ਨੀਤੀ ਆਯੋਗ ਨੇ ਲੈ ਲਈ ਸੀ। ਕਿਸਨੇ ਲੈ ਲਈ ਸੀ? ਨੀਤੀ ਆਯੋਗ ਨੇ ਲੈ ਲਈ ਸੀ। ਤਾਂ ਨੈਕਸਟ ਕੁਐਸਚਨ ਦੀ ओर ਚੱਲਦੇ ਹਾਂ। ਦੀ ਫੇਮਸ ਬੰਗਲਾ ਸੌਂਗ ਇਕਲਾ ਚਲੋ ਰੇ ਇਜ਼ ਕੰਪੋਜ਼ਡ ਬਾਏ। ਤਾਂ ਮਸ਼ਹੂਰ ਬੰਗਲਾ ਗੀਤ ਇਕਲਾ ਚਲੋ ਰੇ ਕਿਸ ਦੁਆਰਾ ਤਿਆਰ ਕੀਤਾ ਗਿਆ ਸੀ? ਕਿਸ ਦੁਆਰਾ ਤਿਆਰ ਕੀਤਾ ਗਿਆ ਸੀ? रविंद्रनाथ टैगोर जी द्वारा, देवेंद्रनाथ टैगोर जी द्वारा, या फिर बंकिम चंद्र चटर्जी द्वारा, या फिर सत्याजीत राय द्वारा। तो इसका जो अपने को राइट आंसर बन जाता है जी, वो अपने को बन जाता है रविंद्रनाथ टैगोर जी द्वारा जिहड़ा सीगा इकला चलो रे इस सौंग नूं जिहड़ा सीगा लिखिया गया सीगा। तो इन्हां द्वारा जिहड़ा सीगा बंगलादेश के लिए होर की लिखिया गया सी? इन्हां द्वारा लिखिया गया जी सोनार बंगला। सोनार बंगला, सोनार बंगला भी जिहड़ा सीगा इन्हां द्वारा ही लिखिया गया सीगा, जिहड़ा कि हुण की हैगा ये बंगलादेश की जिहड़ा हैगा राष्ट्रीय गीत है, राष्ट्रीय गान है। सोनार बंगला जिहड़ा कि रविंद्रनाथ टैगोर जी द्वारा ही लिखिया गया सी, जो कि हुण बंगलादेश दा जिहड़ा हैगा राष्ट्रीय गान है। और बंगलादेश की राजधानी की है? ढाका। बंगलादेश की राजधानी जो बन जाती है अपने कोले वो बन जाती है ढाका। दैन नैक्सट क्वेश्चन है अपने कोल, हू इज़ द ऑथर ऑफ ऑल इज़ वेल दैट एंड्स वेल। तो ऑल इज़ वेल दैट एंड्स वेल का लेखक कौन है? तो इसका जो अपने को राइट आंसर बन जाता है जी, वो बन जाता है अपने को शेक्सपीयर। कहते होंगे ना ऑल इज़ वेल दैट्स एंड्स वेल, ऑल इज़ वेल दैट एंड्स वेल। तो अगर तुसी जो भी सोचोगे कि सही है तो एंड ते जाके वो सही हो भी सकता है, तुसी उसनूं कर भी सकते हो। ठीक है, तो किसने कहा सी? ये शेक्सपीयर ने कहा सी। अगर तुसी चैनल ते पहली बार विजिट कर रहे हो तो चैनल नूं कर लेना सबसक्राइब और वीडियो नूं कर देना लाइक और शेयर अपने होर दोस्तों मित्रों तक। ठीक है, और अगर तुसी हजे तक बैल आइकन वाला बटन नहीं दबाया तो इसनूं जरूर दबा लेना, क्योंकि अगे होर आने वाली वीडियोज़ की नोटिफिकेशन जो है इसे नूं दबाउण ते तुहाडे तक पहला पहुँच सकेगी। तो चलते हैं नैक्सट क्वेश्चन ते। कहते विच सिविलियन हॉनर हैज़ द शेप ऑफ आ पीपल लीफ। तो किहड़ा नागरिक सम्मान है जिहड़ा वो पिपल के पत्ते के आकार का, जिहड़ा कि अपने भारत दे विच जिहड़े भी पुरस्कार दिते जाते हैं। ठीक है, जिहड़े भी अपने भारत दे विच पुरस्कार दिते जाते हैं, अवार्ड्स दिते जाते हैं, उन्हां दे विचों एक अवार्ड है जिहड़ा कि पिपल के पत्ते के आकार का बनिया होया है। तो किहड़ा अवार्ड है? पद्म श्री है, अर्जुन है, या फिर द्रोणाचार्य है, या फिर भारत रत्न है। तो इसका जो अपने को राइट आंसर बन जाता है जी, वो अपने को बन जाता है भारत रत्न जिहड़ा हैगा वो पिपल के पत्ते के आकार का है। तो नैक्सट क्वेश्चन है अपने को, विद विच मुगल कमांडर डिड शिवाजी साइन दी ट्रीटी ऑफ पुरंदर इन 1665 AD। तो 1665 ईस्वी विच शिवाजी ने पुरंदर की संधि उत्ते किस मुगल सेनापति नाल हस्ताक्षर किए सन? दलेर खान नाल, जय सिंह नाल, जसवंत सिंह नाल, या फिर शेषत खान नाल। तो इसका जो अपने को राइट आंसर बन जाता है, ये अपने को आ जाता है जी जय सिंह दे नाल, जय सिंह दे नाल। हाँ, सी इत्थों अगर ये पूछा गया कि मुगल सेनापति ये जिहड़ा सीगा जिहड़ा जय सिंह सीगा, सी तां ये सिख, दैट इज़ अ सिख। ठीक है, बट ये की सीगा, ये उस समय की मुगलों की जिहड़ी सेना सीगी उन्हां दा सेनापति सीगा, जिसनूं शिवाजी दे नाल की सीगा संधि करन दे लई भेजिया गया सीगा। तो इसका अपने को राइट आंसर भी इत्थे की बन जाता है जी, इत्थे अपने को जय सिंह बन जाता है। नैक्सट क्वेश्चन है अपने को, वैन डिड द ईस्ट इंडिया कंपनी गेट अ बंगाल एडिक्ट। तो ईस्ट इंडिया कंपनी ने बंगाल की दीवानगी कदों प्राप्त की सी? मतलब कि जिहड़ा सीगा जिहड़ा ईस्ट इंडिया कंपनी जिहड़ी सीगी जदों उन्हें बंगाल ते हमला किया सी, तो उस समय बंगाल दे विच जिहड़ा अपना पूरा राज सीगा, ठीक है, एक राज स्थापित कर लिया सी अपना बंगाल दे विच आके पूरी तरह कब्जा कर लिया सी। वो कदों कर लिया सी? कदों आपदा जिहड़ा सीगा वो दीवानी जिहड़ी सीगी उन्होंने वो प्राप्त कर ली सीगी, आदि स्थापित कर ली सीगी? 1764 दे विच, 1865 दे विच, 1757 दे विच, या फिर 1857 दे विच? तो इसका जो अपने को राइट आंसर बन जाता है वो अपने को बन जाता है जी 1757 AD दे विच जिहड़ा सीगा
ਉਹਨਾਂ ਨੇ ਜਿਹੜੀ ਸੀਗੀ ਬੰਗਾਲ ਦੀ ਦੀਵਾਨਗੀ ਨੂੰ ਪ੍ਰਾਪਤ ਕਰ ਲਿਆ ਸੀ, ਬੰਗਾਲ ਦੀ ਦੀਵਾਨਗੀ ਨੂੰ ਪ੍ਰਾਪਤ ਕਰ ਲਿਆ ਸੀ। ਤਾਂ ਨੈਕਸਟ ਕੁਐਸਚਨ ਹੈ ਆਪਣੇ ਕੋਲ, what was the ratio of length, width and height of bricks used in ਹੜੱਪਾ civilization ਰਿਸਪੈਕਟਿਵਲੀ। ਤਾਂ ਹੜੱਪਾ ਸੱਭਿਅਤਾ ਜਿਹੜੀ ਆਪਣੇ ਕੋਲ ਹੈ, ਠੀਕ ਹੈ, ਆਪਾਂ ਨੂੰ ਮਿਲੀ ਸੀ ਜੋ, ਠੀਕ ਹੈ, ਤਾਂ ਵਿੱਚ ਕ੍ਰਮਵਾਰ ਵਰਤੀਆਂ ਗਈਆਂ ਇੱਟਾਂ ਦੀ ਲੰਬਾਈ, ਚੌੜਾਈ ਅਤੇ ਉਚਾਈ ਦਾ ਅਨੁਪਾਤ ਕੀ ਹੋਵੇਗਾ ਜਾਂ ਫਿਰ ਕੀ ਸੀਗਾ, ਠੀਕ ਹੈ। ਤਾਂ ਉਹਨਾਂ ਦੀ ਲੰਬਾਈ, ਚੌੜਾਈ ਅਤੇ ਉਚਾਈ, ਤਾਂ ਇਸ ਚੀਜ਼ ਨੂੰ ਹਮੇਸ਼ਾ ਜਿਹੜਾ ਕਿ ਕੁਐਸਚਨ ਇਹ 3 ਤਰੀਕੇ ਨਾਲ ਬਦਲ ਕੇ ਆ ਸਕਦਾ, ਲੰਬਾਈ, ਚੌੜਾਈ, ਉਚਾਈ ਹੈ, ਠੀਕ ਹੈ। ਤਾਂ ਇਸ ਨੂੰ ਧਿਆਨ ਨਾਲ ਪੜ੍ਹਨਾ ਹੈ ਕਿ ਲੰਬਾਈ, ਚੌੜਾਈ, ਉਚਾਈ ਹੈ ਜਾਂ ਫਿਰ ਚੌੜਾਈ, ਲੰਬਾਈ, ਉਚਾਈ ਹੈ ਜਾਂ ਫਿਰ ਉਚਾਈ, ਚੌੜਾਈ, ਲੰਬਾਈ ਹੈ। ਤਾਂ ਇਸ ਤਰੀਕੇ ਨੂੰ ਆਪਾਂ ਜਿਹੜਾ ਹੈਗਾ ਧਿਆਨ ਨਾਲ ਸਮਝਾਂਗੇ। ਤਾਂ ਅਗਰ ਆਪਾਂ ਮੰਨ ਕੇ ਚੱਲੀਏ ਵੀ ਇੱਟ ਕਿਸ ਤਰੀਕੇ ਦੀ ਹੁੰਦੀ ਹੈ, ਤਾਂ ਇਸ ਤਰੀਕੇ ਦੀ ਹੁੰਦੀ ਹੈ, ਠੀਕ ਹੈ। ਔਰ ਅਗਰ ਉਹਨੂੰ ਆਪਾਂ ਮੰਨ ਕੇ ਚੱਲੀਏ ਇਸ ਤਰੀਕੇ ਨਾਲ ਹੈ, ਠੀਕ ਹੈ, ਔਰ ਇਹ ਚੀਜ਼ ਜੋ ਹੁੰਦੀ ਉਸਦੀ ਇਹ ਉਚਾਈ, ਔਰ ਇਹ ਹੁੰਦੀ ਹੈ ਚੌੜਾਈ, ਔਰ ਇਹ ਹੁੰਦੀ ਹੈ ਆਪਣੇ ਕੋਲ ਲੰਬਾਈ। ਤਾਂ ਉਸਦੀ ਜੋ ਲੰਬਾਈ ਸੀਗੀ ਉਹ 4 ਸੀਗੀ, ਔਰ ਉਸਦੀ ਚੌੜਾਈ ਸੀਗੀ ਉਹ 2 ਸੀ, ਔਰ ਉਸਦੀ ਜੋ ਉਚਾਈ ਸੀ ਉਹ 1 ਸੀ। ਤਾਂ ਅਗਰ ਆਪਾਂ ਨੂੰ ਪੁੱਛੀ ਗਈ ਹੈ ਕਿਸ ਤਰੀਕੇ ਨਾਲ, ਤਾਂ ਆਪਣੇ ਕੋਲ ਜੋ ਆਨਸਰ ਬਣਦਾ ਉਹ ਬਣਦਾ 4:2:1। ਤਾਂ ਕੀ ਆਨਸਰ ਆ ਗਿਆ ਆਪਣੇ ਕੋਲ, 4:2:1 ਇਜ਼ ਦੀ ਰਾਈਟ ਆਨਸਰ। ਤਾਂ ਨੈਕਸਟ ਕੁਐਸਚਨ ਹੈ ਆਪਣੇ ਕੋਲ, what is the report of the British government called। ਤਾਂ ਬ੍ਰਿਟਿਸ਼ ਸਰਕਾਰ ਜਿਹੜੀ ਸੀਗੀ ਦੀ ਰਿਪੋਰਟ ਨੂੰ ਕੀ ਕਿਹਾ ਜਾਂਦਾ ਸੀ, ਤਾਂ ਜਿਹੜੀ ਬ੍ਰਿਟਿਸ਼ਾਂ ਦੁਆਰਾ ਜਿਹੜੀ ਰਿਪੋਰਟ ਦਿੱਤੀ ਜਾਂਦੀ ਸੀ ਉਸਨੂੰ ਕੀ ਕਿਹਾ ਜਾਂਦਾ ਸੀ। ਜੇ ਸਿੱਧਾ ਤਾਂ ਹੈ ਨਹੀਂ ਵੀ ਕੋਈ ਵੀ ਰਿਪੋਰਟ ਦੇਣੀ ਹੈ ਡਾਇਰੈਕਟ ਜਾ ਕੇ ਲਿਖਿਆ ਅਤੇ ਉਹਨੂੰ ਫੜਾਤਾ, ਤਾਂ ਉਸ ਕੋਈ ਉਹਦਾ ਰੂਲ ਹੁੰਦਾ ਸੀ, ਕਿਸੇ ਤਰੀਕੇ ਦੇ ਨਾਲ ਉਹਨੂੰ ਪੇਸ਼ ਕੀਤਾ ਜਾਂਦਾ ਸੀ। ਤਾਂ ਉਹ ਜਿਹੜੀ ਬ੍ਰਿਟਿਸ਼ ਸਰਕਾਰ ਹੁੰਦੀ ਸੀ, ਜਿਹੜੀ ਆਪਦੀ ਰਿਪੋਰਟ ਪੇਸ਼ ਕਰਦੀ ਸੀ, ਉਹ ਕਿਸ ਤਰੀਕੇ ਨਾਲ ਕਰਦੀ ਸੀ, ਕਿਸ ਨਾਮ ਨਾਲ ਕਰਦੀ ਸੀ, ਬਲੂ ਬੁੱਕ ਦੇ ਨਾਮ ਨਾਲ, ਰੈੱਡ ਬੁੱਕ ਦੇ ਨਾਮ ਨਾਲ, ਯੈਲੋ ਬੁੱਕ ਦੇ ਨਾਮ ਨਾਲ ਜਾਂ ਫਿਰ ਗ੍ਰੀਨ ਬੁੱਕ ਦੇ ਨਾਮ ਨਾਲ। ਤਾਂ ਇਸ ਦਾ ਜੋ ਆਪਣੇ ਕੋਲ ਰਾਈਟ ਆਨਸਰ ਬਣ ਜਾਂਦਾ ਹੈ ਉਹ ਆਪਣੇ ਕੋਲ ਬਣ ਜਾਂਦਾ ਹੈ ਜੀ ਬਲੂ ਬੁੱਕ ਦੇ ਨਾਮ ਨਾਲ। ਮਤਲਬ ਕਿ ਜਦੋਂ ਵੀ ਬ੍ਰਿਟਿਸ਼ ਸਰਕਾਰ ਦੁਆਰਾ ਕੋਈ ਵੀ ਰਿਪੋਰਟ ਜਿਹੜੀ ਹੁੰਦੀ ਸੀ, ਜਿਹੜੀ ਉਹਨੂੰ ਪੇਸ਼ ਕਰਨਾ ਹੁੰਦਾ ਸੀ, ਤਾਂ ਉਸ ਨੂੰ ਕਿਸ ਨਾਮ ਨਾਲ ਜਿਹੜਾ ਸੀ ਪੇਸ਼ ਕੀਤਾ ਜਾਂਦਾ ਸੀ ਫਿਰ, ਜਾਂ ਉਹਨੂੰ ਕਿਸ ਨਾਮ ਨਾਲ ਜਾਣਿਆ ਜਾਂਦਾ ਸੀਗਾ, ਤਾਂ ਉਸ ਨੂੰ ਬਲੂ ਬੁੱਕ ਦੇ ਨਾਮ ਨਾਲ ਜਾਣਿਆ ਜਾਂਦਾ ਸੀ। ਨੈਕਸਟ ਕੁਐਸਚਨ ਹੈ ਆਪਣੇ ਕੋਲ, ਹੂ ਵਾਜ਼ ਦੀ ਫਸਟ ਪ੍ਰੈਜ਼ੀਡੈਂਟ ਆਫ ਅਮੈਰੀਕਾ। ਤਾਂ ਅਮੈਰੀਕਾ ਦਾ ਜਿਹੜਾ ਹੈਗਾ ਪਹਿਲਾ ਰਾਸ਼ਟਰਪਤੀ ਕੌਣ ਸੀ, ਅਮੈਰੀਕਾ ਦਾ ਪਹਿਲਾ ਰਾਸ਼ਟਰਪਤੀ ਕੌਣ ਸੀ। ਤਾਂ ਇਸ ਦਾ ਜੋ ਆਪਣੇ ਕੋਲ ਰਾਈਟ ਆਨਸਰ ਬਣ ਜਾਂਦਾ ਉਹ ਆਪਣੇ ਕੋਲ ਬਣ ਜਾਂਦਾ ਜੀ ਜਾਰਜ ਵਾਸ਼ਿੰਗਟਨ, ਜਾਰਜ ਵਾਸ਼ਿੰਗਟਨ। ਔਰ ਅਮਰੀਕਾ ਦੀ ਜਿਹੜੀ ਹੈਗੀ ਆਪਣੇ ਕੋਲ, ਅਮਰੀਕਾ ਦੀ ਜਿਹੜੀ ਰਾਜਧਾਨੀ ਹੈ ਉਹ ਕੀ ਆਪਣੇ ਕੋਲ ਵਾਸ਼ਿੰਗਟਨ DC ਹੈ, ਵਾਸ਼ਿੰਗਟਨ DC ਹੈ, ਜੋ ਕਿ ਇਸੇ ਦੇ ਨਾਮ 'ਤੇ ਰੱਖੀ ਗਈ ਸੀਗੀ। ਅਮਰੀਕਾ ਦਾ ਜਿਹੜਾ ਪਹਿਲਾ ਰਾਸ਼ਟਰਪਤੀ ਸੀ ਉਸ ਦਾ ਨਾਮ ਸੀਗਾ ਜਾਰਜ ਵਾਸ਼ਿੰਗਟਨ, ਔਰ ਅਮਰੀਕਾ ਦੀ ਰਾਜਧਾਨੀ ਜਿਹੜੀ ਸੀਗੀ ਉਸ ਦਾ ਨਾਮ ਵੀ ਇਸੇ ਦੇ ਨਾਮ 'ਤੇ ਰੱਖਿਆ ਗਿਆ ਸੀ, ਵਾਸ਼ਿੰਗਟਨ DC। ਤਾਂ ਨੈਕਸਟ ਕੁਐਸਚਨ ਹੈ ਆਪਣੇ ਕੋਲ, ਹੂ ਵਾਜ਼ ਦੀ ਫਸਟ ਵੂਮੈਨ ਪ੍ਰਾਈਮ ਮਿਨਿਸਟਰ ਆਫ ਦੀ ਵਰਲਡ। ਤਾਂ ਦੁਨੀਆ ਦੀ ਪਹਿਲੀ ਮਹਿਲਾ ਪ੍ਰਧਾਨ ਮੰਤਰੀ ਕੌਣ ਸੀ, ਦੁਨੀਆ ਦੀ ਪਹਿਲੀ ਮਹਿਲਾ ਪ੍ਰਧਾਨ ਮੰਤਰੀ ਕੌਣ ਸੀ। ਤਾਂ ਇਸ ਦਾ ਜੋ ਆਪਣੇ ਕੋਲ ਰਾਈਟ ਆਨਸਰ ਬਣ ਜਾਂਦਾ ਜੀ ਉਹ ਆਪਣੇ ਕੋਲ ਬਣ ਜਾਂਦਾ ਹੈ ਆਪਸ਼ਨ ਨੰਬਰ A, ਸਿਰੀਮਾਵੋ ਬੰਦਰਨਾਈਕੇ, ਸਿਰੀਮਾਵੋ ਬੰਦਰਨਾਈਕੇ ਜੋ ਸੀਗੀ ਇਹ ਦੁਨੀਆ ਦੀ ਪਹਿਲੀ ਮਹਿਲਾ ਪ੍ਰਧਾਨ ਮੰਤਰੀ ਬਣੀ ਸੀ। ਤਾਂ ਨੈਕਸਟ ਕੁਐਸਚਨ ਹੈ ਆਪਣੇ ਕੋਲ, ਵਿਦ ਵਿਚ ਵਾਰ ਇਜ਼ ਸ਼ਾਹ ਆਲਮ ਸੈਕਿੰਡ ਰਿਲੇਟਡ। ਤਾਂ ਸ਼ਾਹ ਆਲਮ ਜਿਹੜਾ ਸੈਕਿੰਡ ਹੈ ਉਹ ਕਿਸ ਯੁੱਧ ਨਾਲ ਸੰਬੰਧਿਤ ਹੈ, ਜਿਹੜਾ ਸ਼ਾਹ ਆਲਮ ਸੈਕਿੰਡ ਹੈ ਉਹ ਕਿਸ ਯੁੱਧ ਨਾਲ ਸੰਬੰਧਿਤ ਹੈ। ਫਸਟ ਮੈਸੂਰ ਵਾਰ ਦੇ ਨਾਲ, ਠੀਕ ਹੈ, ਚੌਸਾ ਵਾਰ ਦੇ ਨਾਲ, ਬਕਸਰ ਵਾਰ ਦੇ ਨਾਲ, ਜਾਂ ਫਿਰ ਬੈਟਲ ਆਫ ਪਲਾਸੀ ਦੇ ਨਾਲ। ਤਾਂ ਜਿਹੜਾ ਸ਼ਾਹ ਆਲਮ ਸੈਕਿੰਡ ਹੈ ਉਹ ਆਪਣੇ ਕੋਲੇ ਬਕਸਰ ਵਾਰ ਦੇ ਨਾਲ ਰਿਲੇਟਡ ਹੈ, ਸੰਬੰਧਿਤ ਹੈ, ਬਕਸਰ ਵਾਰ ਦੇ ਨਾਲ ਸੰਬੰਧਿਤ ਹੈ। ਤਾਂ ਕਦੋਂ ਹੋਈ ਸੀ ਇਹ ਬਕਸਰ ਵਾਰ, ਇਹ ਆਪਣੇ ਕੋਲ ਹੋਈ ਸੀ 1764 ਦੇ ਵਿੱਚ। ਕਦੋਂ ਹੋਈ ਸੀ, 1764 ਦੇ ਵਿੱਚ ਹੋਈ ਸੀ ਆਪਣੇ ਕੋਲੇ ਬਕਸਰ ਵਾਰ। ਤਾਂ ਨੈਕਸਟ ਕੁਐਸਚਨ ਹੈ ਆਪਣੇ ਕੋਲ, ਹੂ ਇਜ਼ ਗਿਵਨ ਦੀ ਨੇਮ ਆਫ ਸੈਕਿੰਡ ਅਫਗਾਨ ਡਾਇਨੈਸਟੀ। ਤਾਂ ਦੂਜੇ ਅਫਗਾਨ ਰਾਜਵੰਸ਼ ਦਾ ਨਾਮ ਕਿਸ ਨੂੰ ਦਿੱਤਾ ਜਾਂਦਾ ਹੈ, ਸੈਯਦ ਡਾਇਨੈਸਟੀ ਨੂੰ, ਸੂਰੀ ਡਾਇਨੈਸਟੀ ਨੂੰ, ਲੋਧੀ ਡਾਇਨੈਸਟੀ ਨੂੰ, ਜਾਂ ਫਿਰ ਮਮਲੂਕ ਡਾਇਨੈਸਟੀ ਨੂੰ। ਤਾਂ ਇਸ ਦਾ ਜੋ ਆਪਣੇ ਕੋਲ ਰਾਈਟ ਆਨਸਰ ਬਣ ਜਾਂਦਾ ਹੈ ਉਹ ਆਪਣੇ ਕੋਲ ਬਣ ਜਾਂਦਾ ਹੈ ਜੀ ਸੂਰੀ ਡਾਇਨੈਸਟੀ ਨੂੰ। ਇਸ ਦਾ ਜੋ ਆਪਣੇ ਕੋਲ ਰਾਈਟ ਆਨਸਰ ਬਣ ਜਾਂਦਾ ਹੈ ਉਹ ਆਪਣੇ ਕੋਲ ਬਣ ਜਾਂਦਾ ਹੈ ਸੂਰੀ ਡਾਇਨੈਸਟੀ ਨੂੰ।
ਤਾਂ ਸੂਰੀ ਡਾਇਨੈਸਟੀ ਜਿਹੜੀ ਸੀਗੀ ਇਹ ਕਿਸ ਤਰੀਕੇ ਨਾਲ ਜਿਹੜੀ ਕੀਤੀ ਗਈ ਸੀ, ਇਸ ਦੀ ਸੰਸਥਾਪਨਾ ਕੀਤੀ ਗਈ ਸੀ। ਤਾਂ ਇਹ ਆਪਾਂ ਮੰਨੀਏ ਕਿ ਸ਼ੇਰ ਸ਼ਾਹ ਸੂਰੀ ਜੋ ਸੀ ਆਪਣੇ ਕੋਲੇ ਅਤੇ ਹੁਮਾਯੂੰ ਦੋਨਾਂ ਦੇ ਵਿੱਚ ਜਿਹੜੀ ਸੀਗੀ ਵਾਰ ਹੋਈ ਸੀ। ਠੀਕ ਹੈ, ਸ਼ੇਰ ਸ਼ਾਹ ਸੂਰੀ ਅਤੇ ਹੁਮਾਯੂੰ ਦੇ ਵਿੱਚ ਦੋਨਾਂ ਦੇ ਵਿੱਚ ਵਾਰ ਹੋਈ ਸੀ, ਜਿਸ ਦੇ ਵਿੱਚ ਹੁਮਾਯੂੰ ਜਿਹੜਾ ਸੀਗਾ ਹਾਰ ਗਿਆ ਸੀ ਅਤੇ ਸ਼ੇਰ ਸ਼ਾਹ ਸੂਰੀ ਜਿਹੜਾ ਜਿੱਤ ਗਿਆ ਸੀਗਾ। ਔਰ ਇਹ ਵਾਰ ਹੋਈ ਸੀ ਆਪਣੇ ਕੋਲੇ 1540 ਦੇ ਵਿੱਚ। ਠੀਕ ਹੈ, ਜਦੋਂ ਸ਼ੇਰ ਸ਼ਾਹ ਸੂਰੀ ਜਿਹੜਾ ਸੀਗਾ ਇਸ ਵਾਰ ਨੂੰ ਜਿੱਤ ਗਿਆ ਸੀ ਤਾਂ ਉਸ ਸਮੇਂ ਦੁਬਾਰਾ ਤੋਂ ਜਿਹੜੀ ਸੀਗੀ ਉਸਨੇ ਕੀ ਕੀਤੀ ਸੀ, ਸੂਰੀ ਡਾਇਨੈਸਟੀ ਦੀ ਸਥਾਪਨਾ ਕੀਤੀ ਸੀਗੀ। ਤਾਂ ਇਸੇ ਲਈ ਆਪਾਂ ਇਹਨੂੰ ਕੀ ਕਹਿੰਦੇ ਹਾਂ, ਦੂਜੇ ਅਫਗਾਨ ਰਾਜਵੰਸ਼ ਦਾ ਜਿਹੜਾ ਸੀ ਨਾਮ ਇਸ ਨੂੰ ਦਿੱਤਾ ਗਿਆ ਸੀਗਾ। ਤਾਂ ਨੈਕਸਟ ਕੁਐਸਚਨ ਹੈ ਆਪਣੇ ਕੋਲ, ਹੂ ਫਾਊਂਡਰ ਦੀ ਆਲ ਇੰਡੀਆ ਹਰੀਜਨ ਸੰਘ। ਤਾਂ ਆਲ ਇੰਡੀਆ ਹਰੀਜਨ ਸੰਘ ਦੀ ਸਥਾਪਨਾ ਕਿਸ ਨੇ ਕੀਤੀ ਸੀ? ਡਾਕਟਰ ਭੀਮ ਰਾਓ ਅੰਬੇਦਕਰ ਜੀ ਨੇ, ਮਹਾਤਮਾ ਗਾਂਧੀ ਜੀ ਨੇ, ਜਾਂ ਫਿਰ ਤਿਲਕ ਜੀ ਨੇ, ਜਾਂ ਫਿਰ ਗੋਖਲੇ ਜੀ ਨੇ। ਤਾਂ ਇਸ ਦਾ ਜੋ ਆਪਣੇ ਕੋਲ ਰਾਈਟ ਆਨਸਰ ਬਣ ਜਾਂਦਾ ਹੈ ਜੀ, ਉਹ ਬਣ ਜਾਂਦਾ ਆਪਣੇ ਕੋਲ ਮਹਾਤਮਾ ਗਾਂਧੀ ਜੀ ਦੁਆਰਾ ਜਿਹੜੀ ਸੀਗੀ ਇਹ ਆਲ ਇੰਡੀਆ ਹਰੀਜਨ ਸੰਘ ਦੀ ਸਥਾਪਨਾ ਕੀਤੀ ਗਈ ਸੀ। ਤਾਂ ਨੈਕਸਟ ਕੁਐਸਚਨ ਹੈ, ਵੇਅਰ ਵਾਜ਼ ਚੰਦਰ ਸ਼ੇਖਰ ਆਜ਼ਾਦ ਬੋਰਨ। ਤਾਂ ਚੰਦਰ ਸ਼ੇਖਰ ਆਜ਼ਾਦ ਦਾ ਜਨਮ ਕਿੱਥੇ ਹੋਇਆ ਸੀ? ਇਲਾਹਾਬਾਦ ਦੇ ਵਿੱਚ, ਠੀਕ ਹੈ, ਜਾਂ ਫਿਰ ਮੰਨ ਲੈ ਕਿ ਉੱਤਰ ਪ੍ਰਦੇਸ਼ ਦੇ ਵਿੱਚ, ਠੀਕ ਹੈ, ਜਾਂ ਫਿਰ ਕਹੀਏ ਬਦਰਾਖਾ ਉੱਤਰ ਪ੍ਰਦੇਸ਼ ਦੇ ਵਿੱਚ, ਜਾਂ ਫਿਰ ਬਾਹੋਰਾ ਮੱਧ ਪ੍ਰਦੇਸ਼ ਦੇ ਵਿੱਚ, ਜਾਂ ਫਿਰ ਲਿਆਲਪੁਰ ਪੰਜਾਬ ਦੇ ਵਿੱਚ। ਤਾਂ ਇਸ ਦਾ ਜੋ ਆਪਣੇ ਕੋਲ ਰਾਈਟ ਆਨਸਰ ਬਣ ਜਾਂਦਾ ਹੈ ਜੀ, ਉਹ ਬਣ ਜਾਂਦਾ ਆਪਣੇ ਕੋਲ ਚੰਦਰ ਸ਼ੇਖਰ ਆਜ਼ਾਦ ਦਾ ਜਿਹੜਾ ਜਨਮ ਹੋਇਆ ਸੀ ਉਹ ਹੋਇਆ ਸੀ ਆਪਣੇ ਕੋਲ ਮੱਧ ਪ੍ਰਦੇਸ਼ ਦੇ ਵਿੱਚ, ਮੱਧ ਪ੍ਰਦੇਸ਼ ਦੇ ਇੱਕ ਬੋਹਰਾ ਗਾঁव, ਠੀਕ ਹੈ, ਬੋਹਰਾ ਪਿੰਡ ਅਤੇ ਜਾਬੂਆ ਡਿਸਟ੍ਰਿਕਟ ਦੇ ਵਿੱਚ ਹੋਇਆ ਸੀ। ਤੇ ਨੈਕਸਟ ਕੁਐਸਚਨ ਹੈ ਆਪਣੇ ਕੋਲ, ਵਿਚ ਆਫ ਦੀ ਫੋਲੋਇੰਗ abbreviations is used for an organization related to the Indian space program। ਤਾਂ ਭਾਰਤੀ ਪੁਲਾੜ ਪ੍ਰੋਗਰਾਮ ਨਾਲ ਸੰਬੰਧਿਤ ਕਿਸੇ ਸੰਸਥਾ ਲਈ ਹੇਠ ਦਿੱਤੇ ਸੰਖੇਪਾਂ ਵਿੱਚੋਂ ਕਿਹੜਾ ਸ਼ਬਦ ਵਰਤਿਆ ਜਾਂਦਾ ਹੈ? ਨਾਸਾ, ਇਸਰੋ, ਜਾਂ ਫਿਰ ISO, ਜਾਂ ਫਿਰ ਇਨਸੈਟ। ਤਾਂ ਇਸ ਦਾ ਜੋ ਆਪਣੇ ਕੋਲ ਰਾਈਟ ਆਨਸਰ ਬਣ ਜਾਂਦਾ ਹੈ ਜੀ, ਉਹ ਆਪਣੇ ਕੋਲ ਬਣ ਜਾਂਦਾ ਹੈ ਇਸਰੋ। ਇਸਰੋ ਇਜ਼ ਦੀ ਕਰੈਕਟ ਆਨਸਰ। ਤਾਂ ਨੈਕਸਟ ਕੁਐਸਚਨ ਹੈ ਆਪਣੇ ਕੋਲ, ਦੀ ਨੈਚੁਰਲ ਹੈਬੀਟੈਂਟ ਆਫ ਰਹੀਨੋਕਾਰਸਿਸ ਇਨ ਇੰਡੀਆ ਇਜ਼। ਤਾਂ ਭਾਰਤ ਵਿੱਚ ਗੰਢੇ ਦਾ ਕੁਦਰਤੀ ਨਿਵਾਸ ਸਥਾਨ ਹੈ। ਭਾਰਤ ਵਿੱਚ ਗੰਢੇ ਦਾ ਕੁਦਰਤੀ ਨਿਵਾਸ ਸਥਾਨ ਹੈ ਤਾਂ ਕਿੱਥੇ ਹੈ? ਤਾਂ ਇਸ ਦਾ ਜੋ ਆਪਣੇ ਕੋਲ ਰਾਈਟ ਆਨਸਰ ਬਣ ਜਾਂਦਾ ਹੈ ਜੀ, ਉਹ ਬਣ ਜਾਂਦਾ ਆਪਣੇ ਕੋਲ ਕਾਜ਼ੀਰੰਗਾ। ਕਾਜ਼ੀਰੰਗਾ ਇਸ ਦੀ ਕਰੈਕਟ ਆਨਸਰ, ਜਿੱਥੇ ਕਿ ਭਾਰਤ ਦੇ ਜਿਹੜੇ ਕੀ ਹੈਗਾ ਗੰਢੇ ਦਾ ਕੁਦਰਤੀ ਨਿਵਾਸ ਸਥਾਨ ਹੈ। ਨੈਕਸਟ ਕੁਐਸਚਨ ਹੈ ਆਪਣੇ ਕੋਲ, ਦੀ ਸਾਊਥਰਨ ਮੋਸਟ ਪੁਆਇੰਟ ਆਫ ਇੰਡੀਆ। ਤਾਂ ਭਾਰਤ ਦਾ ਸਭ ਤੋਂ ਦੱਖਣੀ ਬਿੰਦੂ ਕਿਹੜਾ ਹੈ? ਸਭ ਤੋਂ ਦੱਖਣੀ ਬਿੰਦੂ ਭਾਰਤ ਦਾ, ਤਾਂ ਭਾਰਤ ਦਾ ਸਭ ਤੋਂ ਦੱਖਣੀ ਬਿੰਦੂ ਜਿਹੜਾ ਹੁੰਦਾ ਹੈ ਆਪਣੇ ਕੋਲ, ਮੰਨ ਲਓ ਇਹ ਭਾਰਤ ਦਾ ਹੇਠਲਾ ਹਿੱਸਾ ਹੈ ਔਰ ਇੱਥੇ ਆਪਣੇ ਕੋਲ ਬਣ ਜਾਂਦਾ ਅੰਡੇਮਾਨ ਐਂਡ ਨਿਕੋਬਾਰ। ਠੀਕ ਹੈ, ਤਾਂ ਜੋ ਇਹ ਅੰਡੇਮਾਨ ਨਿਕੋਬਾਰ ਦਾ ਲਾਸਟ ਪੁਆਇੰਟ ਹੁੰਦਾ, ਇਸ ਨੂੰ ਆਪਾਂ ਕੀ ਕਹਿੰਦੇ ਹਾਂ? ਇਸ ਨੂੰ ਆਪਾਂ ਕਹਿੰਦੇ ਹਾਂ ਇੰਦਰਾ ਪੁਆਇੰਟ। ਇਸ ਨੂੰ ਆਪਾਂ ਕੀ ਕਹਿੰਦੇ ਹਾਂ? ਇੰਦਰਾ ਪੁਆਇੰਟ। ਜਿਹੜਾ ਕਿ ਆਪਣਾ ਭਾਰਤ ਦਾ ਸਭ ਤੋਂ ਦੱਖਣੀ ਬਿੰਦੂ ਹੈ, ਜਿਹੜਾ ਕਿ ਆਪਣਾ ਭਾਰਤ ਦਾ ਸਭ ਤੋਂ ਦੱਖਣੀ ਬਿੰਦੂ ਹੈ। ਔਰ ਭਾਰਤ ਦਾ ਉੱਪਰ, ਜਿੱਥੋਂ ਉੱਪਰ ਤੱਕ ਭਾਰਤ ਜਾ ਕੇ ਇੱਥੇ ਖਤਮ ਹੁੰਦਾ ਹੈ, ਉਸ ਪੁਆਇੰਟ ਨੂੰ ਆਪਾਂ ਕਹਿੰਦੇ ਹੁੰਦੇ ਹਾਂ ਇੰਦਰਾ ਕੌਲ। ਉਸ ਨੂੰ ਆਪਾਂ ਕੀ ਕਹਿੰਦੇ? ਇੰਦਰਾ ਕੌਲ। ਔਰ ਸਭ ਤੋਂ ਸਾਊਥਨ ਦੇ ਵਿੱਚ ਜਿਹੜਾ ਪੁਆਇੰਟ ਹੁੰਦਾ ਉਸ ਨੂੰ ਆਪਾਂ ਕਹਿੰਦੇ ਹਾਂ ਇੰਦਰਾ ਪੁਆਇੰਟ। ਔਰ ਜੇ ਆਪਾਂ ਇਸ ਪੁਆਇੰਟ ਦੀ ਗੱਲ ਕਰੀਏ ਕਿ ਇਸ 'ਤੇ ਆ ਕੇ ਜਿਹੜਾ ਪੁਆਇੰਟ ਹੁੰਦਾ ਉਸ ਨੂੰ ਕੀ ਕਹਿੰਦੇ ਹਾਂ, ਤਾਂ ਉਸ ਪੁਆਇੰਟ ਨੂੰ ਆਪਾਂ ਕੰਨਿਆ ਕੁਮਾਰੀ ਦੇ ਨਾਮ ਨਾਲ ਜਾਣਦੇ ਹਾਂ। ਤਾਂ ਨੈਕਸਟ ਕੁਐਸਚਨ 'ਤੇ ਚੱਲਦੇ ਹਾਂ, ਹੂ ਵਾਜ਼ ਦੀ ਫਾਊਂਡਰ ਆਫ ਈਸਟ ਇੰਡੀਆ ਐਸੋਸੀਏਸ਼ਨ। ਤਾਂ ਇੱਥੇ ਧਿਆਨ ਰੱਖਣਾ ਕਿ ਈਸਟ ਇੰਡੀਆ ਕੰਪਨੀ ਨਹੀਂ ਪੁੱਛਿਆ ਗਿਆ, ਈਸਟ ਇੰਡੀਆ ਐਸੋਸੀਏਸ਼ਨ ਪੁੱਛਿਆ ਗਿਆ। ਠੀਕ ਹੈ, ਈਸਟ ਇੰਡੀਆ ਕੰਪਨੀ ਜੋ ਸੀਗੀ ਉਹ ਅੰਗਰੇਜ਼ਾਂ ਦੇ ਹੱਕ ਵਿੱਚ ਸੀ, ਉਹਨਾਂ ਨੂੰ ਉਹੀ ਫਾਊਂਡ ਕਰਨਗੇ। ਠੀਕ ਹੈ, ਤਾਂ ਜੋ ਐਸੋਸੀਏਸ਼ਨ ਸੀ ਇਹ ਕੋਈ ਭਾਰਤੀ ਬੰਦੇ ਨੇ ਜਿਹੜੀ ਸੀਗੀ ਇਸ ਦੀ ਸਥਾਪਨਾ ਕੀਤੀ ਸੀ। ਤਾਂ ਇਹ ਕੌਣ ਸੀ? ਤਾਂ ਇਸ ਦੇ ਵਿੱਚੋਂ ਆਪਣੇ ਕੋਲ ਪੁੱਛਿਆ ਗਿਆ ਕਿ ਉਹ ਕੌਣ ਸੀ। ਤਾਂ ਇਸ ਦਾ ਜੋ ਆਪਣੇ ਕੋਲ ਰਾਈਟ ਆਨਸਰ ਬਣ ਜਾਂਦਾ ਹੈ ਜੀ, ਉਹ ਆਪਣੇ ਕੋਲ ਬਣ ਜਾਂਦਾ ਹੈ ਦਾਦਾ ਭਾਈ ਨਾਰੋਜੀ।
दादा भाई नारोजी इज द करैक्ट आंसर, जिन्हां ने ईस्ट इंडिया एसोसीएशन की स्थापना की सी। तो उस तो बाद चलते हैं नैक्सट क्वेश्चन ते। तो नैक्सट क्वेश्चन है अपने को, वॉज अ मेंटर और टू बोथ महात्मा गांधी एंड मुहम्मद अली जिन्ना। तो महात्मा गांधी और मुहम्मद अली जिन्ना दोनों के सलाहकार कौन सन? महात्मा गांधी ਅਤੇ ਮੁਹੰਮਦ ਅਲੀ ਜਿੰਨਾ ਦੋਨਾਂ ਦੇ ਸਲਾਹਕਾਰ ਕੌਣ ਸਨ? ਤਾਂ ਇਸਦਾ ਆਪਣੇ ਕੋਲ ਰਾਈਟ ਆਨਸਰ ਬਣ ਜਾਂਦਾ ਹੈ ਜੀ ਗੋਪਾਲ ਕ੍ਰਿਸ਼ਨ ਗੋਖਲੇ, ਜਿਨ੍ਹਾਂ ਨੂੰ ਕਿ ਮਹਾਤਮਾ ਗਾਂਧੀ ਅਤੇ ਮੁਹੰਮਦ ਅਲੀ ਜਿੰਨਾ ਦੋਨਾਂ ਦਾ ਹੀ ਸਲਾਹਕਾਰ ਮੰਨਿਆ ਜਾਂਦਾ ਹੈ। ਨੈਕਸਟ ਕੁਐਸਚਨ ਹੈ ਆਪਣੇ ਕੋਲ, ਤਾਂ ਇਹਨਾਂ ਤੋਂ ਪਹਿਲਾਂ ਮੈਂ ਇਹ ਦੱਸਦਾ ਕਿ ਇਹ ਲਾਸਟ ਵਾਲੇ ਜੋ ਕੁਐਸਚਨ ਨੇ 4-5 ਕੁਐਸਚਨ ਨੇ ਇਹ ਕੱਲ੍ਹ ਦੀ ਕਲਾਸ ਦੇ ਜੋ ਹੈ ਨੇ ਆਪਣੇ ਕੋਲੇ ਕੁਐਸਚਨ ਨੇ ਜਿਹੜੇ ਕਿ ਆਪਾਂ ਲਾਸਟ ਦੇ ਵਿੱਚ ਹੀ ਕੀਤੇ ਸੀ। ਤਾਂ ਪਰ ਕੀ ਹੈ ਇਹਨਾਂ ਨੂੰ ਇਸ ਲਈ ਤਾਂ ਦੁਬਾਰਾ ਲੈ ਕੇ ਆਏ ਤਾਂ ਕਿ ਜਿਹੜੀ ਹੈ ਪਿਛਲੇ ਕੁਐਸਚਨ ਦੀ ਵੀ ਆਪਾਂ ਕਲਾਸ ਨੂੰ ਭੁੱਲੀਏ ਨਾ, ਛੱਡੀਏ ਨਾ, ਅਤੇ ਉਹਨਾਂ ਦੀ ਵੀ ਰਿਵੀਜ਼ਨ ਨਾਲ ਨਾਲ ਚੱਲਦੀ ਰਹੇ, ਤਾਂ ਹੀ ਜਾ ਕੇ ਜੋ ਹੈ ਆਪਣੇ ਕੁਐਸਚਨ ਨੇ ਇਹ ਆਪਣੇ ਟਿਪਸ 'ਤੇ ਹੋਣਗੇ। ਠੀਕ ਹੈ, ਤਾਂ ਕਲਾਸ ਨੂੰ ਸਕਿਪ ਨਹੀਂ ਕਰਨਾ, ਠੀਕ ਹੈ, ਪੂਰਾ ਦੇਖਣਾ ਤਾਂ ਕਿ ਤੁਹਾਡੀ ਰਿਵੀਜ਼ਨ ਵੀ ਨਾਲ ਨਾਲ ਹੁੰਦੀ ਰਹੇ। ਤਾਂ ਕੁਐਸਚਨ ਹੈ ਆਪਣੇ ਕੋਲ ਨੈਕਸਟ, ਦੀ ਇਨਾਗਰਲ ਸੈਸ਼ਨ ਆਫ ਦੀ ਸੁਪਰੀਮ ਕੋਰਟ ਆਫ ਇੰਡੀਆ ਟੁੱਕ ਪਲੇਸ ਔਨ। ਤਾਂ ਭਾਰਤ ਦੀ ਸੁਪਰੀਮ ਕੋਰਟ ਦਾ ਉਦਘਾਟਨ ਸੈਸ਼ਨ ਨੂੰ ਹੋਇਆ ਸੀ। ਤਾਂ ਭਾਰਤ ਦੀ ਜਿਹੜੀ ਸੁਪਰੀਮ ਕੋਰਟ ਸੀ ਉਸਦਾ ਉਦਘਾਟਨ ਕਦੋਂ ਹੋਇਆ ਸੀ? 28 ਜਨਵਰੀ 1950 ਦੇ ਵਿੱਚ, 29 ਜਨਵਰੀ 1950 ਦੇ ਵਿੱਚ, 31 ਜਨਵਰੀ 1950 ਦੇ ਵਿੱਚ, ਜਾਂ ਫਿਰ 26 ਜਨਵਰੀ 1950 ਦੇ ਵਿੱਚ। ਤਾਂ ਇਸ ਵਿੱਚ ਆਪਣੇ ਕੋਲ ਰਾਈਟ ਆਨਸਰ ਬਣ ਜਾਂਦਾ ਹੈ, ਉਹ ਆਪਣੇ ਕੋਲ ਬਣ ਜਾਂਦਾ ਹੈ ਜੀ 28 ਜਨਵਰੀ 1950 ਦੇ ਵਿੱਚ ਆਪਣੇ ਭਾਰਤ ਦੀ ਸੁਪਰੀਮ ਕੋਰਟ ਦਾ ਉਦਘਾਟਨ ਸੈਸ਼ਨ ਹੋਇਆ ਸੀ। ਤਾਂ ਨੈਕਸਟ ਕੁਐਸਚਨ ਹੈ ਆਪਣੇ ਕੋਲ, ਰਾਈਟ ਟੂ ਮੂਵ ਫਰੀਲੀ ਥਰੂ ਆਊਟ ਦੀ ਟੈਰੀਟਰੀ ਆਫ ਇੰਡੀਆ ਇਜ਼ ਅ ਫੰਡਾਮੈਂਟਲ ਰਾਈਟ ਅੰਡਰ ਆਫ ਦੀ ਕੌਨਸਟੀਟਿਊਸ਼ਨ ਆਫ ਇੰਡੀਆ। ਤਾਂ ਭਾਰਤ ਦੇ ਸਾਰੇ ਖੇਤਰਾਂ ਵਿੱਚ ਸੁਤੰਤਰ ਰੂਪ ਵਿੱਚ ਘੁੰਮਣ ਦਾ ਅਧਿਕਾਰ ਭਾਰਤ ਦੇ ਸੰਵਿਧਾਨ ਦੇ ਅਧੀਨ ਇੱਕ ਬੁਨਿਆਦੀ ਅਧਿਕਾਰ ਹੈ। ਤਾਂ ਉਹ ਕਿਸ ਆਰਟੀਕਲ ਦੇ ਅੰਦਰ ਦਿੱਤਾ ਗਿਆ ਹੈ ਆਪਾਂ ਨੂੰ? ਮਤਲਬ ਕਿ ਫੰਡਾਮੈਂਟਲ ਰਾਈਟਸ ਦੇ ਅੰਦਰ ਆਪਾਂ ਨੂੰ ਜਿਹੜਾ ਹੈਗਾ ਫਰੀਲੀ ਕਿਤੇ ਵੀ ਮੂਵ ਇੰਡੀਆ ਦੇ ਵਿੱਚ ਕਿਸੇ ਵੀ ਰਾਜ ਦੇ ਵਿੱਚ ਜਾਣ ਦਾ ਜਿਹੜਾ ਹੈਗਾ ਆਪਾਂ ਨੂੰ ਅਧਿਕਾਰ ਹੈ, ਆਪਣਾ ਫੰਡਾਮੈਂਟਲ ਰਾਈਟ ਹੈ, ਤਾਂ ਆਪਾਂ ਨੂੰ ਕਿਸ ਆਰਟੀਕਲ ਦੇ ਅੰਦਰ ਦਿੱਤਾ ਗਿਆ ਹੈ? ਆਰਟੀਕਲ ਨੰਬਰ 24 ਦੇ, ਆਰਟੀਕਲ ਨੰਬਰ 21 ਦੇ, ਆਰਟੀਕਲ 14 ਜਾਂ ਫਿਰ ਆਰਟੀਕਲ ਨੰਬਰ 19 ਦੇ ਅੰਦਰ ਆਪਾਂ ਨੂੰ ਕਿਸ ਦੇ ਅੰਦਰ ਇਹ ਅਧਿਕਾਰ ਦਿੱਤਾ ਗਿਆ ਹੈ? ਤਾਂ ਆਰਟੀਕਲ ਨੰਬਰ ਜਿਹੜਾ ਹੈ 19 ਹੈ, ਇਸ ਦੇ ਅੰਦਰ ਆਪਾਂ ਨੂੰ ਦਿੱਤਾ ਗਿਆ ਹੈ ਕਿ ਆਪਾਂ ਭਾਰਤ ਦੇ ਕਿਸੇ ਵੀ ਰਾਜ ਵਿੱਚ, ਠੀਕ ਹੈ, ਕਿਸੇ ਵੀ ਰਾਜ ਵਿੱਚ ਸੁਤੰਤਰ ਰੂਪ ਦੇ ਨਾਲ ਘੁੰਮ ਫਿਰ ਸਕਦੇ ਹਾਂ, ਆਪਾਂ ਨੂੰ ਕੋਈ ਵੀ ਰੋਕ ਨਹੀਂ ਹੋਏਗੀ। ਤਾਂ ਆਪਾਂ ਨੂੰ ਆਰਟੀਕਲ ਨੰਬਰ 19 ਦੇ ਵਿੱਚ ਦਿੱਤਾ ਗਿਆ ਹੈ। ਨੈਕਸਟ ਹੈ ਆਪਣੇ ਕੋਲ, ਵਿਚ ਆਫ ਦੀ ਫੋਲੋਇੰਗ ਆਰਟੀਕਲਸ ਪ੍ਰਮੋਟ ਇਕੁਅਲ ਜਸਟਿਸ ਐਂਡ ਇਕੁਅਲ ਲੀਗਲ ਏਡ ਫੋਰ ਆਲ ਸਿਟੀਜ਼ਨਸ। ਤਾਂ ਹੇਠ ਲਿਖਿਆਂ ਵਿੱਚੋਂ ਕਿਹੜਾ ਲੇਖ ਸਾਰੇ ਨਾਗਰਿਕਾਂ ਲਈ ਬਰਾਬਰ ਨਿਆਂ ਅਤੇ ਮੁਫਤ ਕਾਨੂੰਨੀ ਸਹਾਇਤਾ ਦਾ ਪ੍ਰਚਾਰ ਕਰਦਾ ਹੈ? ਠੀਕ ਹੈ, ਤਾਂ ਇਸ ਦਾ ਜੋ ਆਪਣੇ ਕੋਲ ਰਾਈਟ ਜਿਹੜਾ ਆਨਸਰ ਬਣੇਗਾ ਉਹ ਕੀ ਬਣੇਗਾ? 39A, 32A, 43A ਜਾਂ ਫਿਰ 48A। ਤਾਂ ਇਸ ਦਾ ਜੋ ਆਪਣੇ ਕੋਲ ਰਾਈਟ ਆਨਸਰ ਬਣ ਜਾਂਦਾ ਹੈ ਜੀ ਉਹ ਆਪਣੇ ਕੋਲ ਬਣ ਜਾਂਦਾ ਹੈ 39A ਇਸ ਦੀ ਰਾਈਟ ਆਨਸਰ, ਜਿਹੜਾ ਕਿ ਆਪਾਂ ਨੂੰ ਬਰਾਬਰ ਦਾ ਨਿਆਂ ਅਤੇ ਮੁਫਤ ਕਾਨੂੰਨੀ ਸਹਾਇਤਾ ਦਾ ਪ੍ਰਚਾਰ ਕਰਦਾ ਹੈ। ਤਾਂ ਇਹ ਆਪਣਾ ਕਿਹਦੇ ਅੰਦਰ ਆਉਂਦਾ ਹੈ? ਇਹ ਆਪਣਾ ਆਉਂਦਾ ਹੈ DPSP ਦੇ ਅੰਦਰ। ਠੀਕ ਹੈ, ਇਹ ਆਪਣਾ ਕਿਸ ਦੇ ਅੰਦਰ ਆਉਂਦਾ ਹੈ? ਇਹ ਆਪਣਾ DPSP ਦੇ ਅੰਦਰ ਆਉਂਦਾ ਹੈ। ਔਰ ਜੋ 48A ਹੈ, 48 ਹੈ, ਇਸ ਦੇ ਅੰਦਰ ਆਪਾਂ ਨੂੰ ਇਕੁਅਲ ਵਰਕ ਐਂਡ ਇਕੁਅਲ ਪੇ ਜਿਹੜੀ ਕੀ ਹੈ ਉਸ ਦਾ ਆਪਾਂ ਨੂੰ ਪ੍ਰਚਾਰ ਮਿਲਦਾ, ਉਸ ਦੀ ਆਪਾਂ ਨੂੰ ਸਹਾਇਤਾ ਮਿਲਦੀ ਹੈ। ਮਤਲਬ ਕਿ ਇਹਦੇ ਵਿੱਚ 48A ਦੇ ਵਿੱਚ ਆਪਾਂ ਨੂੰ ਇਹ ਲਿਖਿਆ ਗਿਆ ਹੈ ਕਿ ਆਪਾਂ ਨੂੰ ਅਗਰ ਇਕੁਅਲ ਵਰਕ ਫੋਰ ਮੈਨ ਐਂਡ ਵੂਮਨ, ਅਗਰ ਮੈਨ ਐਂਡ ਵੂਮਨ ਇਕੁਅਲ ਵਰਕ ਕਰ ਰਹੇ ਨੇ ਤਾਂ ਉਹਨਾਂ ਨੂੰ ਇਕੁਅਲ ਪੇ ਦਿੱਤੀ ਜਾਵੇਗੀ। ਤਾਂ ਨੈਕਸਟ ਕੁਐਸਚਨ 'ਤੇ ਚੱਲਦੇ ਹਾਂ। Which article of the Constitution of India provisions for reservations of seats for scheduled castes and scheduled tribes in the House of Peoples? ਤਾਂ ਭਾਰਤ ਦੇ ਸੰਵਿਧਾਨ ਦਾ ਕਿਹੜਾ ਅਨੁਛੇਦ ਅਨੁਛੇਦ ਲੋਕ ਸਭਾ ਵਿੱਚ ਅਨੁਸੂਚਿਤ ਜਾਤੀਆਂ ਅਤੇ ਅਨੁਸੂਚਿਤ ਕਬੀਲਿਆਂ ਲਈ ਸੀਟਾਂ ਦੇ ਰਾਖਵੇਂਕਰਨ ਦਾ ਪ੍ਰਬੰਧ ਕਰਦਾ ਹੈ? ਆਰਟੀਕਲ ਨੰਬਰ 325, 321, 330 ਜਾਂ ਫਿਰ 335। ਤਾਂ ਇਸ ਦਾ ਜੋ ਆਪਣੇ ਕੋਲ ਰਾਈਟ ਆਨਸਰ ਬਣ ਜਾਂਦਾ ਹੈ ਆਰਟੀਕਲ ਨੰਬਰ 330 ਜੋ ਹੈ ਇਹ ਆਪਣੇ ਕੋਲ SC ਅਤੇ ST ਦੇ ਲਈ ਜਿਹੜੇ ਹੁੰਦੀਆਂ ਨੇ ਰਾਖਵੇਂਕਰਨ, ਯਾਨੀ ਕਿ ਰਾਖਵੀਆਂ ਸੀਟਾਂ ਜਿਹੜੀਆਂ ਹੁੰਦੀਆਂ ਉਹਨਾਂ ਦਾ ਪ੍ਰਬੰਧ ਕਰਦਾ ਹੈ। ਤਾਂ ਨੈਕਸਟ ਕੁਐਸਚਨ ਹੈ ਆਪਣੇ ਕੋਲ, ਵਿਚ ਆਫ ਦੀ ਫੋਲੋਇੰਗ ਸਟੇਟਸ ਇਜ਼ ਇਨਕਲੂਡਡ ਇਨ ਦੀ 6th ਸ਼ਡਿਊਲ ਆਫ ਦੀ ਕੌਨਸਟੀਟਿਊਸ਼ਨ ਆਫ ਇੰਡੀਆ। ਤਾਂ ਭਾਰਤ ਦੇ ਸੰਵਿਧਾਨ ਦੇ
ਛੇਵੀਂ ਅਨੁਸੂਚੀ ਵਿੱਚ ਹੇਠ ਲਿਖਿਆਂ ਵਿੱਚੋਂ ਕਿਹੜਾ ਰਾਜ ਸ਼ਾਮਿਲ ਹੈ? ਕਿਹੜਾ ਰਾਜ ਸ਼ਾਮਿਲ ਹੈ? ਤਾਂ ਇਸ ਦਾ ਜੋ ਆਪਣੇ ਕੋਲ ਰਾਈਟ ਆਨਸਰ ਬਣ ਜਾਂਦਾ ਹੈ ਜੀ, ਉਹ ਆਪਣੇ ਕੋਲ ਬਣ ਜਾਂਦਾ ਹੈ ਮਿਜ਼ੋਰਮ। ਮਿਜ਼ੋਰਮ ਜਿਹੜਾ ਹੈਗਾ ਇਹ ਛੇਵੀਂ ਅਨੁਸੂਚੀ ਦੇ ਵਿੱਚ ਸ਼ਾਮਿਲ ਹੈ। ਤਾਂ ਛੇਵੀਂ ਅਨੁਸੂਚੀ ਦੇ ਵਿੱਚ ਕਿਹੜੇ ਰਾਜ ਸ਼ਾਮਿਲ ਨੇ ਜਿਨ੍ਹਾਂ ਦੇ ਵਿੱਚ ਕਿ ਜ਼ਿਆਦਾਤਰ ਕਬੀਲਿਆਂ ਦੀ ਗੱਲ ਕੀਤੀ ਜਾਂਦੀ ਹੈ? ਠੀਕ ਹੈ, ਜਿੱਥੇ ਕਿ ਜ਼ਿਆਦਾਤਰ ਕਬੀਲੇ ਰਹਿੰਦੇ ਹਨ। ਕਬੀਲੇ ਮਤਲਬ ਕਿ ਪਛੜੀਆਂ ਹੋਈਆਂ ਜਾਤੀਆਂ ਜਿਹੜੀਆਂ ਕਿ ਹੁੰਦੀਆਂ ਨੇ, ਦੁਨੀਆ ਤੋਂ ਵੱਖ ਰਹਿਣ ਵਾਲੀਆਂ ਚੀਜ਼ਾਂ, ਜਿਹੜੇ ਕਿ ਉਹ ਜੰਗਲ ਦੇ ਵਿੱਚ, ਜੰਗਲ ਵਾਲਾ ਹੋ ਤਾਂ ਉਹ ਜ਼ਿਆਦਾਤਰ ਕਿੱਥੇ ਨੇ? ਇਹਨਾਂ ਜਿਹੜੇ ਰਾਜਾਂ ਦੇ ਵਿੱਚ ਪਾਏ ਜਾਂਦੇ ਨੇ, ਉਹਨਾਂ ਰਾਜਾਂ ਨੂੰ ਛੇਵੀਂ ਅਨੁਸੂਚੀ ਦੇ ਵਿੱਚ ਰੱਖਿਆ ਗਿਆ ਹੈ। ਤਾਂ ਉਹਨਾਂ ਦੇ ਵਿੱਚੋਂ ਮਿਜ਼ੋਰਮ ਵੀ ਇੱਕ ਹੈ। ਤਾਂ ਨੈਕਸਟ ਕੁਐਸਚਨ ਹੈ ਆਪਣੇ ਕੋਲ, ਵਿਚ ਆਫ ਦੀ ਫੋਲੋਇੰਗ ਇਜ਼ ਨਾਟ ਰਿਲੇਟਡ ਟੂ ਫੰਡਾਮੈਂਟਲ ਰਾਈਟਸ? ਤਾਂ ਹੇਠ ਲਿਖਿਆਂ ਵਿੱਚੋਂ ਕਿਹੜਾ ਮੌਲਿਕ ਅਧਿਕਾਰਾਂ ਨਾਲ ਸੰਬੰਧਿਤ ਨਹੀਂ ਹੈ? ਰਾਈਟ ਟੂ ਫਰੋਮ ਐਸੋਸੀਏਸ਼ਨ, ਰਾਈਟ ਟੂ ਐਜੂਕੇਸ਼ਨ, ਰਾਈਟ ਟੂ ਲਾਈਫ, ਰਾਈਟ ਟੂ ਪ੍ਰੋਪਰਟੀ। ਤਾਂ ਇਸ ਦਾ ਜੋ ਆਪਣੇ ਕੋਲੇ ਰਾਈਟ ਆਨਸਰ ਬਣ ਜਾਂਦਾ ਹੈ ਜੀ, ਉਹ ਆਪਣੇ ਕੋਲ ਬਣ ਜਾਂਦਾ ਹੈ ਰਾਈਟ ਟੂ ਪ੍ਰੋਪਰਟੀ। ਜਿਹੜਾ ਹੈ ਉਹ ਆਪਣੇ ਕੋਲੇ ਫੰਡਾਮੈਂਟਲ ਰਾਈਟ ਨਹੀਂ ਹੈ, ਕਿਉਂਕਿ ਜਿਹੜਾ ਆਪਣੇ ਕੋਲੇ ਫੰਡਾਮੈਂਟਲ ਰਾਈਟਸ ਦੇ ਵਿੱਚ ਸੀ, ਆਰਟੀਕਲ ਨੰਬਰ 30 ਦੇ ਵਿੱਚ ਆਪਣੇ ਕੋਲੇ ਸੀ ਰਾਈਟ ਟੂ ਪ੍ਰੋਪਰਟੀ। ਬਟ ਹੁਣ ਕੀ ਕਰ ਦਿੱਤਾ ਗਿਆ ਸੀਗਾ, ਇਸ ਨੂੰ ਹਟਾ ਕੇ 300A ਦੇ ਅੰਦਰ ਸ਼ਾਮਿਲ ਕਰ ਦਿੱਤਾ ਗਿਆ ਸੀਗਾ। ਠੀਕ ਹੈ, 300A ਦੇ ਅੰਦਰ ਸ਼ਾਮਿਲ ਕਰ ਦਿੱਤਾ ਗਿਆ ਸੀ ਔਰ ਇਸ ਨੂੰ ਲੀਗਲ ਰਾਈਟ ਬਣਾ ਦਿੱਤਾ ਗਿਆ ਹੈ। ਇਸ ਨੂੰ ਲੀਗਲ ਰਾਈਟ ਬਣਾ ਦਿੱਤਾ ਗਿਆ ਹੈ। ਲੀਗਲ ਰਾਈਟ ਬਣਾ ਦਿੱਤਾ ਗਿਆ ਹੈ ਔਰ ਜੋ ਸੀ ਇਸ ਨੂੰ ਰਾਈਟ ਟੂ ਪ੍ਰੋਪਰਟੀ ਤੋਂ ਹਟਾ ਕੇ ਲੀਗਲ ਰਾਈਟ ਜਦੋਂ ਬਣਾਇਆ ਗਿਆ, ਔਰ ਕਿਹੜੀ ਅਮੈਂਡਮੈਂਟ ਦੇ ਅੰਦਰ ਬਣਾਇਆ ਗਿਆ ਸੀ, ਉਹ ਇਸ ਨੂੰ 44 ਨੰਬਰ ਅਮੈਂਡਮੈਂਟ ਦੇ ਅੰਦਰ ਰਾਈਟ ਟੂ ਪ੍ਰੋਪਰਟੀ ਤੋਂ ਹਟਾ ਕੇ ਲੀਗਲ ਰਾਈਟ ਬਣਾ ਦਿੱਤਾ ਗਿਆ ਸੀ। ਆਰਟੀਕਲ ਨੰਬਰ 30 ਦੇ ਵਿੱਚੋਂ ਹਟਾ ਕੇ ਆਰਟੀਕਲ ਨੰਬਰ 300A ਦੇ ਅੰਦਰ ਐਡ ਕਰ ਦਿੱਤਾ ਗਿਆ ਸੀ। ਤਾਂ ਨੈਕਸਟ ਕੁਐਸਚਨ ਹੈ ਆਪਣੇ ਕੋਲ, ਦੀ ਫਸਟ ਸੈਸ਼ਨ ਆਫ ਦੀ ਫਸਟ ਲੋਕ ਸਭਾ ਕਮੈਂਸਡ ਔਨ? ਤਾਂ ਪਹਿਲੀ ਲੋਕ ਸਭਾ ਦਾ ਪਹਿਲਾ ਸੈਸ਼ਨ ਜਿਹੜਾ ਸੀ ਨੂੰ ਸ਼ੁਰੂ ਹੋਇਆ ਸੀ। ਪਹਿਲੀ ਲੋਕ ਸਭਾ ਦਾ ਪਹਿਲਾ ਸੈਸ਼ਨ ਜਿਹੜਾ ਸੀ ਕਦੋਂ ਹੋਇਆ ਸੀ? 26 ਜਨਵਰੀ 1950 ਨੂੰ, 15 ਅਗਸਤ 1947 ਨੂੰ, ਜਾਂ ਫਿਰ 15 ਅਗਸਤ 1951 ਨੂੰ, ਜਾਂ ਫਿਰ 13 ਮਈ 1952 ਨੂੰ। ਤਾਂ ਇਸ ਦਾ ਜੋ ਆਪਣੇ ਕੋਲ ਰਾਈਟ ਆਨਸਰ ਬਣ ਜਾਏਗਾ ਜੀ, ਉਹ ਬਣ ਜਾਂਦਾ ਆਪਣੇ ਕੋਲ 13 ਮਈ 1952 ਨੂੰ। 13 ਮਈ 1952 ਨੂੰ ਕੀ ਸੀਗਾ, ਭਾਰਤ ਦੇ ਵਿੱਚ ਜਿਹੜੀ ਸੀਗੀ ਉਹ ਲੋਕ ਸਭਾ ਉਦੋਂ ਬਣੀ ਸੀਗੀ ਪਹਿਲੀ ਵਾਰ। ਠੀਕ ਹੈ, ਭਾਰਤ ਦੇ ਵਿੱਚ ਜਿਹੜੀ ਸੀਗੀ ਲੋਕ ਸਭਾ ਬਣੀ ਸੀਗੀ ਉਹ 13 ਮਈ 1952 ਨੂੰ ਬਣੀ ਸੀ ਔਰ ਉਸੇ ਸਮੇਂ ਉਸਦਾ ਜਿਹੜਾ ਸੀ ਲੋਕ ਸਭਾ ਦਾ ਪਹਿਲਾ ਸੈਸ਼ਨ ਵੀ ਹੋਇਆ ਸੀ। ਤਾਂ ਨੈਕਸਟ ਕੁਐਸਚਨ ਹੈ ਆਪਣੇ ਕੋਲ, ਵਿਚ ਆਫ ਦੀ ਫੋਲੋਇੰਗ ਕੰਟਰੀਜ਼ ਹੈਜ਼ ਦੀ ਲਾਰਜੈਸਟ ਪਾਰਲੀਮੈਂਟ ਇਨ ਵਰਲਡ? ਤਾਂ ਹੇਠ ਦਿੱਤੇ ਦੇਸ਼ ਵਿੱਚੋਂ ਕਿਹੜੇ ਦੇਸ਼ ਵਿੱਚ ਸੰਸਾਰ ਵਿੱਚ ਸਭ ਤੋਂ ਵੱਡੀ ਸੰਸਦ ਹੈ? ਤਾਂ ਮਤਲਬ ਕਿ ਹੇਠ ਇਹਨਾਂ ਚਾਰਾਂ ਦੇਸ਼ਾਂ ਦੇ ਵਿੱਚੋਂ ਕਿਹੜੇ ਦੇਸ਼ ਦੇ ਵਿੱਚ ਸਭ ਤੋਂ ਵੱਡੀ ਸੰਸਦ ਹੈ? ਸਭ ਤੋਂ ਵੱਡੀ ਸੰਸਦ ਹੈ UK ਦੇ ਵਿੱਚ, ਇੰਡੀਆ ਦੇ ਵਿੱਚ, ਚਾਈਨਾ ਦੇ ਵਿੱਚ, ਜਾਂ ਫਿਰ ਜਾਪਾਨ ਦੇ ਵਿੱਚ। ਤਾਂ ਸਭ ਤੋਂ ਵੱਡੀ ਸੰਸਦ ਜੋ ਹੈ ਉਹ ਹੈ ਆਪਣੇ ਕੋਲ ਚਾਈਨਾ ਦੇ ਵਿੱਚ। ਚਾਈਨਾ ਦੇ ਵਿੱਚ, ਕਿਉਂਕਿ ਜਿਹੜੀ ਇਹ ਚਾਈਨਾ ਹੈ, ਠੀਕ ਹੈ, ਇਹ ਪੂਰੇ ਵਰਲਡ ਦੇ ਵਿੱਚ, ਠੀਕ ਹੈ, ਪੂਰੇ ਵਰਲਡ ਦੇ ਵਿੱਚ ਜਨਸੰਖਿਆ ਦੇ ਪੱਖੋਂ ਪਹਿਲੇ ਨੰਬਰ 'ਤੇ ਆਉਂਦੀ ਹੈ। ਠੀਕ ਹੈ, ਤਾਂ ਜਿਹੜੀ ਕੀ ਹੈ ਇੱਥੇ ਜੋ ਸੰਸਦ ਹੈ ਉਹ ਵੀ ਸਭ ਤੋਂ ਵੱਡੀ ਸੰਸਦ ਹੈ ਚਾਈਨਾ ਦੇ ਵਿੱਚ। ਨੈਕਸਟ ਕੁਐਸਚਨ ਜੋ ਹੈ ਉਹ ਆਪਣੇ ਕੋਲ ਹੈ, ਦੀ ਫਸਟ ਡਿਫੈਂਸ ਮਿਨਿਸਟਰ ਆਫ ਇੰਡੀਪੈਂਡੈਂਟ ਇੰਡੀਆ ਵਾਜ਼? ਤਾਂ ਆਜ਼ਾਦ ਭਾਰਤ ਦੇ ਪਹਿਲੇ ਰੱਖਿਆ ਮੰਤਰੀ ਸਨ। ਆਜ਼ਾਦ ਭਾਰਤ ਦੇ ਪਹਿਲੇ ਰੱਖਿਆ ਮੰਤਰੀ ਸਨ ਸੀ ਰਾਜਾ ਗੋਪਾਲਾਚਾਰੀ, ਬਲਦੇਵ ਸਿੰਘ, ਸ਼੍ਰੀ ਜਗਜੀਵਨ ਰਾਮ, ਜਾਂ ਫਿਰ ਸਰਦਾਰ ਵੱਲਭ ਭਾਈ ਪਟੇਲ। ਤਾਂ ਇਸਦਾ ਜੋ ਆਪਣੇ ਕੋਲ ਰਾਈਟ ਆਨਸਰ ਬਣ ਜਾਂਦਾ ਉਹ ਆਪਣੇ ਕੋਲ ਬਲਦੇਵ ਸਿੰਘ ਬਣ ਜਾਂਦਾ ਹੈ। ਬਲਦੇਵ ਸਿੰਘ। ਤਾਂ ਬਲਦੇਵ ਸਿੰਘ ਜਿਹੜੇ ਸੀਗੇ ਇਹ ਆਜ਼ਾਦ ਭਾਰਤ ਦੇ ਪਹਿਲੇ ਰੱਖਿਆ ਮੰਤਰੀ ਸਨ। ਤਾਂ ਇੱਥੇ ਹੁੰਦੀ ਅੱਜ ਕਲਾਸ ਦੀ ਸਮਾਪਤੀ। ਤਾਂ ਅਗਰ ਤੁਸੀਂ ਚੈਨਲ 'ਤੇ ਪਹਿਲੀ ਵਾਰ ਵਿਜ਼ਿਟ ਕਰ ਰਹੇ ਹੋ ਜਾਂ ਫਿਰ ਹਜੇ ਤੱਕ ਜਿਹੜਾ ਹੈ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਹੈ ਤਾਂ ਚੈਨਲ ਨੂੰ ਕਰ ਲੈਣਾ ਸਬਸਕ੍ਰਾਈਬ ਔਰ ਵੀਡੀਓ ਨੂੰ ਕਰ ਦੇਣਾ ਲਾਈਕ ਔਰ ਸ਼ੇਅਰ, ਔਰ ਬੈਲ ਆਈਕਨ ਵਾਲਾ ਬਟਨ ਦਬਾਉਣਾ ਨਾ ਭੁੱਲਿਓ, ਕਿਉਂਕਿ ਆਉਂਦੀ ਹੋਈ ਅਗਲੀ ਵੀਡੀਓਜ਼ ਦੀ ਨੋਟੀਫਿਕੇਸ਼ਨ ਤੁਹਾਨੂੰ ਇਸੇ ਨੂੰ ਦਬਾਉਣ 'ਤੇ ਮਿਲੇਗੀ। ਠੀਕ ਹੈ, ਤਾਂ ਬੈਲ ਆਈਕਨ ਵਾਲਾ ਬਟਨ ਜ਼ਰੂਰ ਦਬਾ ਲੈਣਾ।